ਵਾਹਿਗੁਰੂ ਸਾਹਿਬ ਜੀ। ਬਿਸਨ ਪਦ ਜਬਲੀ ਧਰ ਹਿੰਡੋਲ, ਬੀਰਜ ਨਾਦ ਬਾਚ ਮਨ ਸੋ। ਬਿਸਮੈ ਭਇਓ ਦੇਖ ਕੌਤਕ ਕਹਿ, ਮਨ ਵਿਚਾਰ ਦੇਵਾਰ ਕੀਓ। ਜਾ ਕੋ ਨਿਗਮ ਅਖਿਲ ਕਰ ਬਰਨਤ, ਸੋ ਇਹ ਸਨਮੁਖ ਸਮਰਥਿਓ। ਬਿਸਮੈ ਭਇਓ ਦੇਖ ਕੌਤਕ ਕਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਨ ਕਿਰਪਾ ਕਰਕੇ ਪ੍ਰੇਮ ਪ੍ਰਤੀਤ ਦੀ ਵਿਆਖਿਆ ਕਰਕੇ ਆਪ ਗੁਰੂ ਕੀਆਂ ਸਿੱਖ ਸੰਗਤਾਂ ਨੂੰ ਸਰਵਣ ਕਰਵਾ ਰਹੇ ਸਨ। ਮਹਾਰਾਜ ਨੇ ਆਪ ਸੰਗਤਾਂ ਨੂੰ ਕੱਲ ਸਮਝਾਇਆ ਈ, ਪ੍ਰੇਮ ਪ੍ਰਤੀਤ ਪੁਨੀਤ ਇਹ ਨਿਸ਼ਚੈ, ਜੇ ਕੋ ਕਰੇ ਸੋ ਜਗਤ ਤਰੇ। ਇਹ ਮੇਰਾ ਨਿਸ਼ਚਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੇ ਕੋਈ ਪ੍ਰੇਮ ਕਰਦਾ ਏ, ਪ੍ਰਤੀਤ ਭਰੋਸਾ ਕਰਦਾ ਏ, ਉਹ ਜਗਤ ਤੋਂ ਤਰ ਜਾਂਦਾ ਏ। ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਸਾਰੇ ਦੇਵਤਿਆਂ ਨੇ ਅਕਾਲ ਪੁਰਖ ਪਰਮੇਸ਼ਰ ਦੇ ਅੱਗੇ ਐਸੀਆਂ ਜੋਦੜੀਆਂ ਕੀਤੀਆਂ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਨੇ ਪ੍ਰਸੰਨ ਹੋ ਕੇ ਆਖਿਆ, ਦੇਵਤਿਓ ਤੁਹਾਡੀ ਚੜ੍ਹਦੀ ਕਲਾ ਰਵੇਗੀ, ਮੈਂ ਤੁਹਾਡੇ ਤੇ ਬੜਾ ਖੁਸ਼ ਹਾਂ, ਜਿਵੇਂ ਤੁਸੀਂ ਮੰਗਦੇ ਹੋ ਤਿਵੇਂ ਹੀ ਹੋਵੇਗਾ। ਤੁਸਾਂ ਨੇ ਮੇਰੇ ਅੱਗੇ ਸਰਬੰਸ ਰੱਖ ਦਿੱਤਾ ਏ। ਇੱਕ ਪਾਸੇ ਬੀਰਜਨਾਦ ਖੜਾ ਏ, ਕੌਤਕ ਵੇਖ ਰਿਹਾ ਸੀ। ਦੇਵਤਿਆਂ ਵੱਲੋਂ ਜੋਦੜੀਆਂ ਤੇ ਭਗਵਾਨ ਵੱਲੋਂ ਵਰਦਾਨ ਉਹਨੇ ਸੁਣਿਆ, ਵੇਖਿਆ ਤੇ ਨਿਹਾਲੋ ਨਿਹਾਲ ਹੋ ਗਿਆ। ਤੇ ਬੀਰਜਨਾਦ ਦੈਂਤ ਦੇ ਮਨ ਵਿੱਚ ਜਿਵੇਂ ਆਈ ਹੈ, ਆਓ ਪਿਆਰ ਦੇ ਨਾਲ ਸਰਵਣ ਕਰੀਏ। ਗੁਰਮਤਿ ਵਿਦਿਆਲਾ ਕੈਰੋਂ ਦੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਪੋਥੀ ਸਾਹਿਬ ਨਾਲ ਪ੍ਰਕਾਸ਼ ਕਰਿਆ ਕਰਨ ਤੇ ਮਹਾਰਾਜ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰਿਆ ਕਰਨ ਜੀ। ਬਿਸਮੈ ਭਇਓ ਦੇਖ ਕੌਤਕ ਕਹਿ। ਬਿਸਨ ਪਦ ਜਬਲੀ ਧਰ ਹਿੰਡੋਲ, ਇੱਥੇ ਦੋ ਡੰਡੇ ਨੇ, ਬੀਰਜਨਾਦ ਬਾਚ ਮਨ ਸੋ। ਬੀਰਜਨਾਦ ਕਹਿੰਦਾ ਏ ਆਪਣੇ ਮਨ ਦੇ ਨਾਲ, ਬੀਰਜਨਾਦ ਬਾਚ ਮਨ ਸੋ, ਸੋ ਦਾ ਅਰਥ ਹੈ ਨਾਲ। ਇਸ ਤਰੀਕੇ ਨਾਲ ਪਾਠ ਕਰਨਾ ਏ, ਇਹ ਦਰੁਸਤ ਕਰ ਲਿਓ ਆਪਣੀਆਂ ਪੋਥੀ ਸਾਹਿਬਾਂ ਤੇ। ਹਾਂਜੀ। ਬਿਸਮੈ ਭਇਓ ਦੇਖ ਕੌਤਕ ਕਹਿ। ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਹੈਰਾਨ ਹੋਇਆ ਏ ਬੀਰਜਨਾਦ ਐਸਾ ਕੌਤਕ ਵੇਖ ਕੇ। ਦੇਵਤਿਆਂ ਨੇ ਜੋਦੜੀਆਂ ਕੀਤੀਆਂ ਤੇ ਭਗਵਾਨ ਨੇ ਖੁਸ਼ੀ ਕਰ ਦਿੱਤੇ ਨੇ। ਮਨ ਵਿਚਾਰ ਦੇਵਾਰ ਕੀਓ। ਦੇਵ ਅਰ ਦੇਵਤਿਆਂ ਦੇ ਵੈਰੀ ਬੀਰਜਨਾਦ ਨੇ ਮਨ ਵਿੱਚ ਐਸੀ ਵਿਚਾਰ ਕੀਤੀ ਹੈ। ਜਾ ਕੋ ਨਿਗਮ ਅਖਿਲ ਕਰ ਬਰਨਤ। ਹਾਂ, ਕਹਿੰਦਾ ਵੀ ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਮਨਾ ਵੇਦ ਸ਼ਾਸਤਰ ਬੇਅੰਤ ਕਰਕੇ ਕਹਿੰਦੇ ਨੇ, ਜਿਹਨੂੰ ਸਾਰੇ ਮੰਨਦੇ ਨੇ, ਤੇ ਅਖਲ ਕਰ ਸਾਰਿਆਂ ਨੂੰ ਪੈਦਾ ਕਰਨੇ ਵਾਲਾ ਕਰਕੇ ਜਿਹਨੂੰ ਵੇਦ ਕਹਿੰਦੇ ਨੇ। ਅਖਿਲ ਮੈਨੇ ਸਾਰਿਆਂ ਨੂੰ ਤੇ ਕਰ ਮੈਨੇ ਕਰਨੇ ਵਾਲਾ। ਜਿਸ ਵਾਹਿਗੁਰੂ ਨੂੰ ਸਾਰਿਆਂ ਨੂੰ ਪੈਦਾ ਕਰਨੇ ਵਾਲਾ, ਸਾਰਿਆਂ ਦਾ ਰਚੇਤਾ ਕਰਕੇ ਵੇਦ ਸ਼ਾਸਤਰ ਕਹਿੰਦੇ ਨੇ। ਸੋ ਇਹ ਸਨਮੁਖ ਸਮਰਥਿਓ। ਹਾਂ, ਕਹਿੰਦਾ ਮੈਂ ਉਸ ਵਾਹਿਗੁਰੂ ਅਕਾਲ ਪੁਰਖ ਦੇ ਸਾਹਮਣੇ ਹੋ ਕਰਕੇ ਤੇ ਇਹ ਜੰਗ ਆਰੰਭਣਾ ਕੀਤਾ ਏ। ਜਾ ਕੋ ਮਹਾਰੁਦਰ ਸਨਕਾਦਿਕ। ਹਾਂ, ਜਿਹਨੂੰ ਵੱਡਾ ਸ਼ਿਵ ਜੀ ਤੇ ਸਨਕ ਸਨੰਦਨ ਆਦਿਕ ਵੀ। ਸੇਸ ਸਾਰਦਾ ਜਪਤ ਜੀਓ। ਹਾਂ, ਸੇਖ ਨਾਗ
ਤੇ ਸਾਰਦਾ ਸੁਰਸਤੀ ਆਪਣੇ ਹਿਰਦੇ ਕਰਕੇ ਜਪਦੇ ਨੇ। ਨਾਰਦਾਦ ਪਹਿਲਾਦ ਜੋਗੇਸ਼ਵਰ। ਹਾਂ, ਨਾਰਦ ਆਦਿਕ, ਪ੍ਰਹਲਾਦ ਭਗਤ, ਧਰੂਪ ਭਗਤ ਆਦਿਕ ਤੇ ਵੱਡੇ ਵੱਡੇ ਜੋਗੀ ਜਿਹਨੂੰ ਧਿਆਉਂਦੇ ਨੇ, ਜਪਦੇ ਹਨ। ਸ਼ਰੁਤ ਸ਼ਾਸਤਰ ਗੁਣ ਵਰਨ ਕੀਓ। ਹਾਂ, ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਵੇਦਾਂ ਨੇ ਤੇ ਸ਼ਾਸਤਰਾਂ ਨੇ ਵੀ ਵਰਣਨ ਕੀਤਾ ਏ। ਦੇਵ ਦੈਤ ਚਾਰ ਅਚਾਰ ਜਿਨ ਸਿਰਜਿਓ। ਹਾਂ, ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਦੇਵਤੇ ਦੈਤ ਤੇ ਜੜ ਤੇ ਚੇਤਨ ਜੀਵ ਸਿਰਜਿਓ, ਸਿਰਜਣਾ ਕੀਤੇ ਹਨ, ਜਿਸ ਨੇ ਰਚਨਾ ਕੀਤੇ ਹਨ। ਸੋ ਮੂਰਤ ਧਰ ਸਮਰਠਿਓ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਮੂਰਤ ਨੂੰ ਧਾਰ ਕਰਕੇ, ਮੂਰਤ ਧਾਰਨੇ ਵਾਲਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਮਰ ਉਠਿਓ, ਜੰਗ ਦੇ ਮੈਦਾਨ ਦੇ ਵਿੱਚ ਮੇਰੇ ਸਾਹਮਣੇ ਉੱਠ ਕੇ ਖਲੋਤਾ ਏ। ਭਾਵ ਜੰਗ ਦੇ ਮੈਦਾਨ ਵਿੱਚ ਸਾਹਮਣੇ ਆ ਕਰਕੇ ਖਲੋਤਾ ਏ। ਮਦ ਤੇ ਆਦ ਮਹਾਬਲ ਜੋਧਾ। ਹਾਂ, ਮਧੂ ਕੈਟਬ ਆਦਿਕ ਜੋ ਬਹੁਤੇ ਮਹਾਬਲੀ ਯੋਧੇ ਹੋਏ ਨੇ, ਇਨਹੀ ਹੱਥ ਕੈ ਸਮਰ ਲਿਓ। ਹਾਂ, ਇਹਨਾਂ ਨੂੰ ਹੀ ਨਿਸ਼ਚੇ ਕਰਕੇ, ਹੱਥ ਕੈ ਮਾਰ ਕਰਕੇ, ਜਿਸ ਭਗਵਾਨ ਨੇ ਸਮਰ ਜੰਗ ਨੂੰ ਫਤਿਹ ਕਰ ਲਿਓ ਲੈਣਾ ਕੀਤਾ ਏ, ਮਾਰ ਕੇ ਜੰਗ ਨੂੰ ਫਤਿਹ ਕਰ ਲੈਣਾ ਕੀਤਾ ਹੈ ਜਿਸ ਭਗਵਾਨ ਨੇ। ਤਾਂ ਸੋ ਜੁਧ ਜੁਗਨ ਮੈਂ ਕੀਨਾ। ਬੀਰਜਨਾਦ ਕਹਿੰਦਾ, ਉਹ ਬੀਰਜਨਾਦਾ, ਉਸ ਭਗਵਾਨ ਦੇ ਨਾਲ ਤੂੰ ਜੁਗਾਂ ਜਗਾਂਤਰਾਂ ਤੱਕ ਯੁੱਧ ਕੀਤਾ ਏ। ਸਕਲ ਸਮਿਗਰੀ ਸੁਹਿਰਦ ਹੀਓ। ਹਾਂ, ਜਿਹੜੇ ਤੇਰੇ ਹੀਓ ਦਿਲੀ ਸੁਹਿਰਦ ਮਿੱਤਰ ਸਨ ਤੇ ਜਿੰਨੀ ਸਮਿਗਰੀ ਸੀ ਤੇਰੇ ਕੋਲ, ਸਾਰੀ ਨਾਲ ਲੈ ਕਰਕੇ, ਸਾਰੀ ਦਾਤ ਲਾ ਕੇ ਤੇ ਤੂੰ ਭਗਵਾਨ ਦੇ ਨਾਲ ਯੁੱਧ ਕੀਤਾ ਏ। ਤੇਰੀ ਸਮੱਗਰੀ ਵੀ ਗਰਕ ਹੋ ਗਈ ਤੇ ਦਿਲੀ ਮਿੱਤਰ ਵੀ ਤੇਰੇ ਮਰ ਗਏ। ਭਗਵਾਨ ਦਾ ਤੂੰ ਵਾਲ ਨਹੀਂ ਵਿੰਗਾ ਕਰ ਸਕਿਆ। ਸਾਰਿਆਂ ਨੂੰ ਦਾਤ ਲਾ ਕੇ ਤੂੰ ਯੁੱਧ ਕਰਨਾ ਕੀਤਾ ਏ। ਉਹ ਬੀਰਜਨਾਦਾ, ਤੂੰ ਕਿਹੜੀ ਭਲੀ ਕਰਤੂਤ ਕੀਤੀ ਓ। ਏਦਾਂ ਆਪਣੇ ਮਨ ਨੂੰ ਬੀਰਜਨਾਦ ਸਮਝਾਉਂਦਾ ਪਿਆ ਏ। ਨਾਨਾ ਰੂਪ ਧਰ ਸਭੀ ਸੰਘਾਰੇ। ਹਾਂ, ਤੂੰ ਅਨੇਕਾਂ ਰੂਪ ਧਾਰ ਕੇ, ਅਨੇਕਾਂ ਦੈਂਤ ਪ੍ਰਗਟ ਕਰਕੇ ਤੇ ਭਗਵਾਨ ਦੇ ਨਾਲ ਅੱਡੇ ਫਾਹੇ ਲੈਣਾ ਕੀਤੇ। ਭਗਵਾਨ ਨੇ ਸਾਰਿਆਂ ਨੂੰ ਸੰਘਾਰੇ ਮਾਰ ਦੇਣਾ ਕੀਤਾ ਏ। ਛਲ ਬਲ ਕੈ ਬਹੁ ਚਰਿਤ ਕੀਓ। ਹਾਂ, ਛਲ ਬਲ ਕਰਕੇ ਤੂੰ ਬਹੁਤ ਚਲਿੱਤਰ ਕੀਤੇ ਭਗਵਾਨ ਨੂੰ ਹਰਾਉਣ ਦੇ, ਪਰ ਭਗਵਾਨ ਨੇ ਤੇਰੀ ਇੱਕ ਨਹੀਂ ਚੱਲਣ ਦਿੱਤੀ। ਨਾਨਾ ਰੂਪ ਧਰ, ਅਨੇਕਾਂ ਹੀ ਰੂਪ ਧਰ ਮੈਨੇ ਜੀਵ ਤੂੰ ਪੈਦਾ ਕਰ ਕਰਕੇ ਭਗਵਾਨ ਦੇ ਅੱਗੇ ਡਾਏ। ਸਾਰੇ ਭਗਵਾਨ ਨੇ ਸੰਘਾਰੇ ਮਾਰ ਦੇਣਾ ਕੀਤੇ। ਸੰਘਾਰੇ ਇੱਕੋ ਹੀ ਲਾਂ ਏ ਮਾਤਾ ਜੀ ਦੇ ਸਰੂਪ ਵਿੱਚ, ਇਹ ਲਗਾ ਲੈਣੀ। ਛਲ ਬਲ ਕਹਿ ਬਹੁ ਚਿਰਿਤ ਕੀਓ। ਛਲ ਬਲ ਕਰਕੇ ਬੜੇ ਤੂੰ ਚਿਰਿਤ ਮੈਨੇ ਕੌਤਕ ਕੀਤੇ, ਅੱਡੇ ਫਾੜੇ ਲੈਣਾ ਕੀਤੇ ਭਗਵਾਨ ਦੇ ਨਾਲ। ਭਗਵਾਨ ਦਾ ਤੂੰ ਵਾਲ ਨਹੀਂ ਵਿੰਗਾ ਕਰ ਸਕਿਆ। ਪਰਲੇ ਸਮਰ ਦਾਰਨ ਇਨ ਕੀਨਹੁ। ਹਾਂ, ਤੂੰ ਭਗਵਾਨ ਨਾਲ ਅੱਡੇ ਫਾੜੇ ਲਏ ਤੇ ਭਗਵਾਨ ਵੀ ਅੱਗੋਂ ਪਰਲੇ ਵਾਲਾ ਯੁੱਧ ਤੇਰੇ ਨਾਲ ਮਚਾਉਣਾ ਭਗਵਾਨ ਨੇ ਵੀ ਸ਼ੁਰੂ ਕਰ ਦਿੱਤਾ। ਤੂੰ ਜਦੋਂ ਬੜਾ ਛਲ ਬਲ ਕਰਕੇ ਅਨੇਕਾਂ ਹੀ ਆਪਣੇ ਰੂਪ ਬਣਾ ਲਏ। ਕਿੰਨੇ ਬੀਰਜਨਾਦਾ ਤੂੰ ਆਪਣੇ ਰੂਪ ਬਣਾਏ ਸੀ। ਭਗਵਾਨ ਨੇ ਸਾਰੇ ਤੇਰੇ ਰੂਪ ਸੰਘਾਰ ਦਿੱਤੇ। ਨਾਨਾ ਰੂਪ ਧਰ, ਅਨੇਕਾਂ ਰੂਪ ਬੀਰਜਨਾਦ ਨੇ ਧਾਰੇ ਸੀ। ਪਿੱਛੇ ਪ੍ਰਸੰਗ ਆਇਆ ਸੀ, ਬੀਰਜਨਾਦ ਨੇ ਅਨੇਕਾਂ ਹੀ ਆਪਣੇ ਵਰਗੇ ਪੈਦਾ ਕਰ ਲਏ ਤੇ ਭਗਵਾਨ ਨੇ ਪ੍ਰਲਯ ਕਰਕੇ ਸਾਰੇ ਮਾਰ ਦਿੱਤੇ। ਫਿਰ ਪ੍ਰਲਯ ਵਿੱਚ ਇਕੱਲਾ ਅਸਲੀ ਬੀਰਜਨਾਦ ਰਹਿ ਗਿਆ ਤੇ ਉਹਦੇ ਨਾਲ ਪ੍ਰਲਯ ਵਾਲਾ ਦਾਰਨ ਮੈਨੇ ਭਿਆਨਕ ਯੁੱਧ ਭਗਵਾਨ ਨੇ ਕਰਨਾ ਕੀਤਾ ਸੀ। ਕਿਉਂਕਿ ਗੁਰੂ ਖਾਲਸਾ ਜੀ ਯੁੱਧ ਵਿੱਚ ਦੋ ਰਸ ਹੁੰਦੇ ਨੇ, ਇੱਕ ਵੀਰ ਰਸ ਹੁੰਦਾ ਏ, ਇੱਕ ਰੁਦਰ ਰਸ ਹੁੰਦਾ ਏ। ਵੀਰ ਰਸ ਉਹਨੂੰ ਕਹਿੰਦੇ ਨੇ ਜਦੋਂ ਸੂਰਮਾ ਜੰਗ ਕਰਦਾ ਏ ਪਰ ਢਾਲੇ ਆਦਿਕ ਨਾਲ ਆਪਣਾ ਬਚਾਅ ਕਰਦਾ ਏ ਤੇ ਦੂਜੇ ਨੂੰ ਮਾਰਨ ਦਾ ਯਤਨ ਕਰਦਾ ਏ, ਉਹਨੂੰ ਕਹਿੰਦੇ ਆ ਵੀਰ ਰਸ। ਦੂਜਾ ਹੁੰਦਾ ਏ ਰੁਦਰ ਰਸ। ਰੁਦਰ ਰਸ ਐਸਾ ਹੁੰਦਾ ਏ ਵੀ ਜਦੋਂ ਸੂਰਮਾ ਆਪਣੇ ਮਰਨ ਦੀ ਵੀ ਚਿੰਤਾ ਛੱਡ ਦਿੰਦਾ ਏ,
ਉਹ ਕਹਿੰਦਾ ਜਾਂ ਮਰਨਾ ਤੇ ਨਾ ਜਾਂ ਮਾਰਨਾ। ਉਹਨੂੰ ਕਹਿੰਦੇ ਆ ਰੁਦਰ ਰਸ। ਜੰਗ ਦੇ ਮੈਦਾਨ 'ਚ ਆਪਣਾ ਵੀ ਬਚਾਅ ਨਹੀਂ ਕਰਦਾ, ਆਪਣੇ ਸਰੀਰ ਦੇ ਵੀ ਆਹੂ ਲਵਾਈ ਜਾਂਦਾ ਏ ਤੇ ਦੂਜੇ ਨੂੰ ਵੀ ਵੱਢੀ ਜਾਂਦਾ ਏ। ਖਾਲਸੇ ਦੀ ਕਿਉਂ ਜਿੱਤ ਹੁੰਦੀ ਰਹੀ? ਕਿਉਂਕਿ ਗੁਰੂ ਕਾ ਖਾਲਸਾ ਰੁਦਰ ਰਸ ਧਾਰ ਕੇ ਲੜਦਾ ਸੀ। ਜਿਹੜੇ ਵੈਰੀ ਸੀ ਉਹਨਾਂ 'ਚ ਵੀਰ ਰਸ ਤੇ ਹੁੰਦਾ ਸੀ, ਪਰ ਰੁਦਰ ਰਸ ਨਹੀਂ। ਸੋ ਬੀਰਜਨਾਥ ਆਪਣੇ ਮਨ ਨੂੰ ਸਮਝਾਉਂਦਾ ਏ ਵੀ ਇਸ ਭਗਵਾਨ ਨੇ ਪ੍ਰਲੈ ਵਾਲਾ ਯੁੱਧ ਦਾਰੁਣ ਭਿਆਨਕ ਰੁਦਰ ਰਸ ਧਾਰ ਕੇ ਕਰਨਾ ਕੀਤਾ ਏ। ਇਆ ਸਮ ਸੁਰ ਨਾਹੇ ਬੀਓ। ਹਾਂ, ਇਹਦੇ ਬਰਾਬਰ ਹੋਰ ਕੋਈ ਦੂਜਾ ਦੇਵਤਾ ਨਹੀਂ ਹੈ, ਇਹਦੇ ਬਰਾਬਰ ਕੋਈ ਹੋਰ ਦੂਜਾ ਸੂਰਮਾ ਨਹੀਂ ਹੈ। ਇਹ ਮਹਾਨ ਸੂਰਮਾ ਹੈ। ਨਾਹੇ ਨੰਨੇ ਨੂੰ ਕੰਨਾ ਤੇ ਹਾਹੇ ਨੂੰ ਸਿਹਾਰੀ ਹੈ ਜੀ। ਨਿਜ ਮਹਲੀਨ ਸਕਲ ਪ੍ਰਜਾ ਕਰ। ਹਾਂ, ਵੇਖ ਤੂੰ ਅਨੇਕਾਂ ਰੂਪ ਧਾਰੇ ਤੇ ਇਹਨੇ ਸੰਸਾਰ ਦੀ ਪਰਲਾ ਕਰਕੇ ਸਾਰੇ ਸੰਸਾਰ ਨੂੰ ਆਪਣੇ ਵਿੱਚ ਲੀਨ ਕਰ ਲੈਣਾ ਕੀਤਾ। ਏਕਲ ਮੋਹ ਸੰਗ ਜੁਧ ਲਿਓ। ਇਕੱਲੇ ਨੇ ਮੇਰੇ ਨਾਲ ਯੁੱਧ ਕਰਨਾ ਕੀਤਾ ਏ। ਪੁਨ ਨੌਤਨ ਜਗ ਰਚ ਕਰ ਸਗਰੋ। ਫਿਰ ਜਦੋਂ ਇਹਦੇ ਮਨ ਵਿੱਚ ਆਈ ਤੇ ਨਵਾਂ ਸੰਸਾਰ ਰਚ ਕਰਕੇ ਬਾਜੀ ਗਰਸੋਂ ਖੇਲ ਕੀਓ। ਬੀਰਜਨਾਦਾ ਬਾਜੀਗਰ ਵਾਂਗ ਇਹਨੇ ਖੇਲ ਕੀਤਾ ਏ। ਜਾਹੀ ਤੇ ਜਗ ਉਪਜੈ ਬਿਨਸੈ। ਇਸ ਭਗਵਾਨ ਤੋਂ ਹੀ ਜਗਤ ਪੈਦਾ ਹੁੰਦਾ ਏ ਤੇ ਬਿਨਸਦਾ ਏ। ਯਹ ਆਧਾਰ ਸਭ ਜਗਤ ਬੀਓ। ਇਹ ਸਾਰੇ ਜਗਤ ਦਾ ਆਧਾਰ ਹੈ, ਜਗਤ ਦਾ ਬੀਓ ਬੀਜ ਹੈ। ਇਹਦੇ ਵਰਗਾ ਸੰਸਾਰ ਦੇ ਉੱਪਰ ਹੋਰ ਕੋਈ ਦੇਵਤਾ ਕੋਈ ਸੂਰਮਾ ਨਹੀਂ ਹੈ। ਦੇਵਨ ਦੇਵ ਦੇਵਾਦ ਜਨੇਸ਼ਵਰ। ਇਹ ਦੇਵਤਿਆਂ ਦਾ ਦੇਵਤਾ ਤੇ ਇਸੇ ਤਰ੍ਹਾਂ ਦੇਵਾਦ ਇੰਦਰ ਦਾ ਵੀ ਦੇਵਤਾ ਹੈ। ਦੇਵਨ ਦੇਵ ਦੇਵਾਦ, ਜੋ ਦੇਵਤਿਆਂ ਦਾ ਦੇਵ ਇੰਦਰ ਹੈ, ਉਸ ਇੰਦਰ ਦਾ ਜੋ ਦੇਵ ਵਿਸ਼ਨੂੰ ਹੈ, ਉਸ ਵਿਸ਼ਨੂੰ ਦਾ ਵੀ ਮਾਲਕ ਅਤੇ ਜਨਾਂ ਦਾ ਈਸ਼ਵਰ ਇਹ ਸਰਬਲੋ ਭਗਵਾਨ ਹੈ। ਸਰਬ ਭੂਤ ਮਹਿ ਬਾਸ ਲਿਓ। ਭੂਤ ਮੈਨੇ ਜੀਵ ਸਾਰੇ ਜੀਵਾਂ ਵਿੱਚ, ਭੂਤ ਮੈਨੇ ਤਤ ਸਾਰੇ ਤੱਤਾਂ ਵਿੱਚ ਇਸ ਨੇ ਵਾਸਾ ਲੈਣਾ ਕੀਤਾ ਏ। ਹਾਹੂ ਰਚਿਓ ਯਾਹੇ ਕੋ ਕਿਰਤਮ। ਬੀਰਜਨਾਥ ਆਪਣੇ ਮਨ ਨੂੰ ਕਹਿੰਦਾ, ਉਹ ਮਨਾ ਕਾਹਦਾ ਮਾਨ ਕਰਦਾ ਏ? ਤੂੰ ਤੇ ਉਸ ਭਗਵਾਨ ਦਾ ਛੋਟਾ ਜਿਹਾ ਰਚਿਆ ਹੋਇਆ ਇੱਕ ਕੀੜਾ ਏ, ਜਿਹਦੇ ਨਾਲ ਤੂੰ ਯੁੱਧ ਮਚਾਉਂਦਾ ਪਿਆ ਏ। ਬੀਰਜਨਾਥ ਆਪਣੇ ਮਨ ਨੂੰ ਕਹਿੰਦਾ, ਹਾਂ ਹੂੰ ਰਚਿਓ ਜਾਹੇ ਕੋ ਕਿਰਤਮ। ਜਿਸ ਭਗਵਾਨ ਨਾਲ ਤੂੰ ਅੱਡੇ ਫਾਹੇ ਲੈਂਦਾ ਪਿਆ ਏ, ਉਹਦਾ ਤੂੰ ਰਚਿਆ ਹੋਇਆ ਛੋਟਾ ਜਿਹਾ ਕਿਰਤਮ ਮੈਨੇ ਛੋਟਾ ਜਿਹਾ ਉਹਦਾ ਰਚਿਆ ਹੋਇਆ ਤੂੰ ਜੀਵ ਹੈ। ਅਤੁਲ ਪਰਾਕਰਮ ਇਨਹਿ ਕੀਓ। ਬੀਰਜਨਾਥ ਕਹਿੰਦਾ, ਮੈਂ ਜਿਸ ਭਗਵਾਨ ਨਾਲ ਅੱਡੇ ਫਾਹੇ ਲੈਣਾ ਮਨਾ, ਮੈਂ ਉਹਦਾ ਛੋਟਾ ਜਿਹਾ ਰਚਿਆ ਜੀਵ ਹਾਂ। ਇਸ ਭਗਵਾਨ ਦੇ ਵਿੱਚ ਤੇ ਅਤੁੱਲ ਬਲ ਹੈ। ਇਹਨੇ ਤੇ ਅਤੁੱਲ ਬਲ ਲੈ ਕਰਕੇ ਜੰਗ ਕਰਨਾ ਏ। ਤੇਰੇ ਵਿੱਚ ਥੋੜੀ ਜੀ ਤਾਕਤ ਹੈ। ਅਤੁੱਲ ਪਰਾਕਰਮ ਇਨਹਿ ਕੀਓ। ਤੂੰ ਇਹਦੇ ਸਾਹਮਣੇ ਜਾ ਕਰਕੇ ਬੇਅੰਤ ਬਲ ਆਪਣਾ ਵਿਖਾਉਣਾ ਕੀਤਾ ਏ। ਤੇਰੇ ਵਿੱਚ ਤੇ ਕੋਈ ਲਿਆਕਤ ਹੀ ਨਹੀਂ ਇਸ ਭਗਵਾਨ ਦੇ ਨਾਲ ਅੜਨ ਦੀ, ਜਿਹਦੇ ਨਾਲ ਤੂੰ ਅੜਦਾ ਪਿਆ ਏ। ਬਿਸ਼ਨ ਪਾਦ ਜਬਲੀ ਧਾਰ। ਬੀਰਜਨਾਥ ਦੀਆਂ ਅੱਖਾਂ ਖੁੱਲੀਆਂ ਨੇ। ਫਿਰ ਉਹ ਆਪਣੇ ਮਨ ਨੂੰ ਇਸ ਤਰ੍ਹਾਂ ਸਮਝਾਉਂਦਾ ਪਿਆ ਏ। ਬਿਸ਼ਨ ਪਾਦ ਜਬਲੀ ਧਾਰ ਇਆਸੋਂ ਬੁਰੋ ਵਿਰੁੱਧ ਹਮ ਕੀਨੋ। ਹਾਂ, ਕਹਿੰਦਾ ਇਹਦੇ ਭਗਵਾਨ ਦੇ ਨਾਲ ਜੋ ਯੁੱਧ ਕੀਤਾ ਏ, ਇਹ ਬੜਾ ਮੈਂ ਬੁਰਾ ਕੀਤਾ ਏ। ਹਾਥ ਦੀਪ ਲੈ ਕੂਪ ਪਰਿਓ। ਮੇਰੀ ਤੇ ਉਹ ਗੱਲ ਹੋਈ ਵੀ ਹੱਥ ਵਿੱਚ ਦੀਵਾ ਲੈ ਕੇ ਤੇ ਖੂਹ ਵਿੱਚ ਡਿੱਗ ਪਿਆ ਹਾਂ। ਅਬ ਤੋ ਕਠਿਨ ਬਨਿਓ ਜਾਂ ਅਵਸਰ। ਮਨ ਨੂੰ ਕਹਿੰਦਾ, ਉਹ ਬੀਰਜਨਾਦਾ ਹੁਣ ਤੇ ਮੌਕਾ ਬਹੁਤਾ ਹੀ ਕਠਿਨ ਬਣਿਆ ਏ। ਸ਼ਸਤਰ ਛੋਡੋ ਤੋ ਨਰਕ ਪਰੋਂ। ਹਾਂ, ਤੂੰ ਹੱਥ ਵਿੱਚ ਸ਼ਸਤਰ ਪਕੜਿਆ ਏ। ਜੇ ਤੂੰ ਸ਼ਸਤਰ ਨੂੰ ਹੁਣ ਛੱਡੇਗਾ ਤੇ ਭਗਵਾਨ ਦੇ ਕੋਲੋਂ ਡਰ ਕੇ ਜੰਗ ਦੇ ਮੈਦਾਨ ਵਿੱਚੋਂ ਭੱਜੇਗਾ, ਸੰਸਾਰ ਵਿੱਚ ਕਾਇਰ ਖਵਾਵੇਂਗਾ, ਪਰ ਲੋਕ ਵਿੱਚ ਨਰਕਾਂ ਵਿੱਚ ਪਵੇਂਗਾ। ਇਦਾਂ ਆਪਣੇ ਮਨ ਨੂੰ ਕਹਿੰਦਾ ਏ, ਜੇ ਮੈਂ ਸ਼ਸਤਰ ਨੂੰ ਛੱਡਿਆ ਤੇ ਨਰਕਾਂ ਵਿੱਚ ਪਵਾਂਗਾ, ਦੁਨੀਆ ਤੇ ਕਾਇਰ ਖਵਾਵਾਂਗਾ। ਛੋਡੋ ਡੱਡੇ ਨੂੰ ਔਂਕੜ ਜੋ ਹੈ ਛੋਡੋ ਦੇ ਅਰਥ ਵਿੱਚ ਲੱਗੀ ਹੈ,
ਇਹ ਜਗਾ ਕੇ ਪੜ੍ਹਨੀ ਹੈ। ਜਾਓ ਜਾਸੋ ਦਾਰੁਣ ਜੁਦ ਮੰਡੋ। ਹਾਂ, ਮਨ ਨੂੰ ਕਹਿੰਦਾ ਮਨਾ ਜੀ ਇਸ ਭਗਵਾਨ ਦੇ ਨਾਲ ਮੈਂ ਹੁਣ ਭਿਆਨਕ ਯੁੱਧ ਕਰਦਾ ਹਾਂ। ਜਗਤ ਪਿਤਾ ਸੋ ਸਮਰ ਬੁਰੋ। ਸਾਰਾ ਸੰਸਾਰ ਜਿਹਨੂੰ ਜਗਤ ਪਿਤਾ ਕਹਿੰਦਾ ਏ ਉਹਦੇ ਨਾਲ ਯੁੱਧ ਕਰਨਾ ਬੁਰੀ ਗੱਲ ਹੈ। ਫੇਰ ਯਾ ਤੇ ਕਹੋ ਐਸ ਕਸ ਕੀਜੈ। ਇਸ ਲਈ ਆਪਣੇ ਮਨ ਨੂੰ ਕਹਿੰਦਾ ਬੀਰਜਨਾਦ ਦਸ ਮਨਾ ਹੁਣ ਐਸੀ ਗੱਲ ਵਿੱਚ ਕਸ ਕਿਸ ਤਰੀਕੇ ਦੇ ਨਾਲ ਕੀਜੈ ਕਰਨਾ ਕਰਾਂ ਮੈਂ। ਜਾਂ ਤੇ ਇਸ ਕਰਕੇ ਕਹੋ ਦਸਣਾ ਕਰ ਮਨਾ ਐਸੇ ਸਮੇਂ ਵਿੱਚ ਕਸ ਕਿਸ ਤਰ੍ਹਾਂ ਹੁਣ ਮੈਂ ਕੀਜੈ ਕਰਨਾ ਕਰਾਂ। ਇੱਥੇ ਕਹੋ ਪਾਠ ਹੈ ਜੀ ਪੁਰਾਣੀਆਂ ਬੀੜਾਂ ਵਿੱਚ ਕੱਕਾ ਤੇ ਹਾਹੇ ਨੂੰ ਹੋੜਾ। ਇਹ ਪਾਠ ਇੱਥੇ ਕਰ ਲੈਣਾ ਜੀ। ਦੋਵਾਂ ਬਿਉਂਤ ਵਿਪਰੀਤ ਪਰੋਂ। ਬੀਰਜਨਾਦ ਕਹਿੰਦਾ ਵੀ ਦਵੇਂ ਵਿਪਰੀਤ ਗੱਲਾਂ ਬਣ ਗਈਆਂ ਨੇ, ਉਲਟੀਆਂ ਗੱਲਾਂ ਬਣ ਗਈਆਂ ਨੇ। ਇਹ ਬਿਉਂਤ ਰੀਤੀ ਬੜੀ ਉਲਟੀ ਬਣ ਗਈ ਹੈ ਦੋਨਾਂ ਪੱਖਾਂ ਦੀ। ਮੈਂ ਆਪਨ ਕਾ ਕਰਤਾ ਸਮਝਿਓ। ਬੀਰਜਨਾਦ ਕਹਿੰਦਾ ਇਹ ਵੀ ਮੈਂ ਤੇ ਆਪਣੇ ਆਪ ਨੂੰ ਹੀ ਕਰਤਾਰ ਸਮਝ ਬੈਠਾ ਸਾਂ। ਯਾ ਕਹ ਮੈਂ ਤੋ ਭੂਲ ਕਰੋ। ਹਾਂ, ਏਦਾਂ ਕਰਕੇ ਮੈਂ ਤੇ ਭੁੱਲ ਹੀ ਕਰ ਲੈਣਾ ਕੀਤੀ ਹੈ। ਭੂਲ ਕਰੋ ਏਦਾਂ ਕਰਕੇ ਤੇ ਮੈਂ ਭੁੱਲ ਹੀ ਕਰ ਲੈਣਾ ਕੀਤੀ ਹੈ। ਵਿਪਰੀਤ ਬੁੱਧ ਮਨ ਮਤ ਹਾਂ ਕੀਨੀ। ਹਾਂ, ਮੈਂ ਵਿਪਰੀਤ ਬੁੱਧ ਨੂੰ ਧਾਰ ਕੇ ਮਨ ਮਤ ਕਰਨਾ ਕੀਤੀ ਹੈ। ਜਗ ਮਿੱਤਰਨ ਕੋ ਸਤਰ ਕਰਿਓ। ਹਾਂ, ਜਗ ਮਿੱਤਰਹੁ ਕੋ, ਜੋ ਜਗਤ ਦਾ ਮਿੱਤਰ ਹੈ ਉਸ ਨੂੰ ਮੈਂ ਆਪਣਾ ਵੈਰੀ ਬਣਾ ਲੈਣਾ ਕੀਤਾ ਏ। ਆਸਰ ਜੋਨ ਪਰ ਕਿਰਤ ਮਮ ਮੱਦਮ। ਹਾਂ, ਮੇਰੀ ਦੰਤਾਂ ਵਾਲੀ ਜੂਨ ਹੈ ਤੇ ਮਮੰ ਅਦਮ ਪ੍ਰਕਿਰਤੀ। ਇਸ ਤਰੀਕੇ ਨਾਲ ਇਹ ਸੰਧੀ ਕਰਨੀ ਹੈ। ਮਮ ਤੇ ਜਿਹੜਾ ਤੀਜਾ ਮਮਾ ਏ ਉਹ ਦੂਜੇ ਮਮੇ ਦੇ ਟਿੱਪੀ ਬਣਾ ਲੈਣੀ ਹੈ। ਮਮੰ ਵਿੱਚੋਂ ਐੜਾ ਕੱਢ ਲੈਣਾ ਏ ਅਦਮ। ਇਸ ਤਰੀਕੇ ਨਾਲ ਇਹ ਸੰਧੀ ਹੋਣੀ ਹੈ। ਤੇ ਮਮੰਗ ਮੈਨੇ ਮੇਰੀ, ਅਦਮ ਮੈਨੇ ਨੀਚ ਪ੍ਰਕਿਰਤੀ ਹੈ। ਤਿੰਨ ਤਰੀਕੇ ਦੀ ਪ੍ਰਕਿਰਤੀ ਹੈ। ਕੋਈ ਗੁਰੂ ਖਾਲਸਾ ਜੀ ਸਤੋਗੁਣੀ ਪ੍ਰਕਿਰਤੀ ਮਾਇਆ ਤੋਂ ਪੈਦਾ ਹੋਇਆ ਹੈ, ਕੋਈ ਰਜੋਗੁਣ ਪ੍ਰਕਿਰਤੀ ਤੋਂ ਪੈਦਾ ਹੋਇਆ ਹੈ, ਕੋਈ ਤਮੋਗੁਣ ਪ੍ਰਕਿਰਤੀ ਤੋਂ ਪੈਦਾ ਹੋਇਆ ਹੈ। ਜਿਹੜੇ ਦੇਵਤੇ ਨੇ ਉਹਨਾਂ ਦਾ ਜਨਮ ਸਤੋਗੁਣ ਪ੍ਰਕਿਰਤੀ ਤੋਂ ਮੰਨਿਆ ਹੈ। ਜਿਹੜੇ ਮਨੁੱਖ ਨੇ ਉਹ ਰਜੋਗੁਣ ਤੋਂ ਮੰਨੇ ਜਾਂਦੇ ਨੇ। ਦੈਂਤ ਜਿਹੜੇ ਨੇ ਉਹ ਤਮੋਗੁਣ ਤੋਂ ਮੰਨੇ ਜਾਂਦੇ ਨੇ। ਇਦਾਂ ਹੀ ਜਿਹੜੇ ਠੰਡੇ ਸੁਭਾਅ ਵਾਲੇ ਸਾਧੂ ਲੋਕ ਨੇ ਉਹ ਸਤੋਗੁਣ ਤੋਂ ਮੰਨੇ ਜਾਂਦੇ ਨੇ। ਜਿਹੜੇ ਗੁਰੂ ਖਾਲਸਾ ਜੀ ਕਾਮੀ ਲੋਕ ਨੇ, ਕਾਮ ਦੀਆਂ ਗੱਲਾਂ 'ਚ ਉਲਝੇ ਰਹਿੰਦੇ ਨੇ, ਉਹ ਰਜੋਗੁਣ ਪ੍ਰਕਿਰਤੀ ਤੋਂ ਮੰਨੇ ਜਾਂਦੇ ਨੇ। ਜਿਹੜੇ ਕ੍ਰੋਧੀ ਲੋਕ ਨੇ ਉਹ ਤਮੋਗੁਣ ਤੋਂ ਮੰਨੇ ਜਾਂਦੇ ਨੇ। ਇਦਾਂ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ। ਉਹ ਮਹਾਰਾਜ ਕਲਗੀਧਰ ਜੀ ਇੱਥੇ ਦੱਸਦੇ ਪਏ ਨੇ ਵੀ ਬੀਰਜਨਾਦ ਕਹਿੰਦਾ ਇਹ ਵੀ ਦੰਤਾਂ ਵਾਲੀ ਜੂਨ ਹੈ ਮੇਰੀ, ਤੇ ਮੇਰੀ ਜਿਹੜੀ ਪ੍ਰਕਿਰਤੀ ਹੈ ਉਹ ਵੀ ਤਮੋਗੁਣੀ, ਬਹੁਤ ਹੀ ਅਦਮ ਕਹੀਏ ਨੀਚਾਂ ਵਾਲੀ ਹੈ। ਵਾਪਸ ਸੁਭਾਵ ਤੇ ਬੈਰ ਕਰ ਰਚਿਓ। ਹਾਂ, ਜਦੋਂ ਦਾ ਮੇਰਾ ਸਰੀਰ ਬਣਿਆ ਏ ਉਦੋਂ ਦਾ ਹੀ ਮੈਂ ਐਸਾ ਸੁਭਾਵ ਧਾਰਿਆ ਏ ਵੀ ਵੈਰ ਹੀ ਕਰਨਾ। ਦੰਤਾਂ ਵਾਲਾ ਸਰੀਰ ਹੋਣੇ ਕਰਕੇ ਮੈਂ ਸੁਭਾਵ ਤੋਂ ਹੀ ਵੈਰ ਕਰਨਾ ਸਿੱਖਿਆ ਏ ਜਨਮ ਤੋਂ ਹੀ। ਤੇ ਮੇਰਾ ਸੁਭਾਅ ਵੀ ਐਸਾ ਏ ਵੀ ਮੈਂ ਵੈਰ ਵਿਰੋਧ ਵਿੱਚ ਹੀ ਪਲਚਿਆ ਰਹਿਣਾ ਹਾਂ ਤੇ ਸਰਬਲੋ ਭਗਵਾਨ ਦੇ ਨਾਲ ਮੈਂ ਵਿਰੋਧ ਕਰਨਾ ਕੀਤਾ ਏ। ਪੂਰਬ ਸਮਝ ਨਾ ਮੋਹ ਮਨ ਉਪਜੀ। ਹਾਂ, ਪਹਿਲੇ ਜਨਮਾਂ ਦੀ ਮੇਰੇ ਮਨ ਵਿੱਚ ਸਮਝ ਕੋਈ ਨਹੀਂ ਹੈ, ਨਾ ਹੀ ਆਈ ਹੈ ਤੇ ਨਾ ਹੀ ਆਵੇਗੀ, ਨਾ ਹੀ ਪੈਦਾ ਹੋਈ ਹੈ। ਆਪ ਚੇਤਿਓ ਪਛਤਾਪ ਭਇਓ। ਹੁਣ ਭਗਵਾਨ ਦੀ ਕਿਰਪਾ ਨਾਲ ਮੈਨੂੰ ਪਿਛਲੇ ਜਨਮਾਂ ਦੀ ਸੋਝੀ ਆਈ ਹੈ ਤੇ ਭਗਵਾਨ ਦੀ ਕਿਰਪਾ ਹੋਈ ਹੈ, ਭਗਵਾਨ ਦਾ ਦਰਸ਼ਨ ਹੋਇਆ ਏ। ਹੁਣ ਮੈਂ ਪਿਛਲੇ ਜਨਮਾਂ ਨੂੰ ਚੇਤਿਓ ਚੇਤ ਕਰਕੇ ਤੇ ਪਛਤਾਵਾ ਕੀਤਾ ਏ ਮਨਾ। ਜਾਂ ਤੇ ਡੰਡ ਦੇਨੋ ਹੈ ਨੀਕੋ। ਇਸ ਵਾਸਤੇ ਮੈਂ ਦੰਡ ਦੇਣ ਦੇ ਨੀਕੋ ਚੰਗਾ ਦੰਡ ਦੇਣ ਦੇ ਯੋਗ ਹਾਂ। ਅਸੁਰ ਵਪਤੇ ਅਨੁਚਿਤ ਸਰਿਓ। ਹਾਂ, ਦੰਤਾਂ ਵਾਲੇ ਸਰੀਰ ਤੋਂ ਅਨੁਚਿਤ ਹੀ ਕੰਮ ਹੋਇਆ ਏ ਮੇਥੋਂ। ਤ੍ਰਿਗ ਮਮ ਬੁੱਧ ਮੱਧਮ ਅਪਰਾਧੀ। ਹਾਂ, ਮੇਰੀ ਬੁੱਧੀ ਵੀ ਤ੍ਰਿਗਾਕਾਰ ਹੈ।
ਤੇ ਮੱਧਮ ਮ ਅਦਮ, ਮੈਂ ਨੀਚ ਤੇ ਅਪਰਾਧੀ ਹਾਂ। ਵੱਡ 60 ਹਰ ਹੀ ਸੋ ਬਿਗਰਿਓ, ਵੱਡੋ ਬਹੁਤਾ ਵੱਡਾ 60 ਮੂਰਖ ਹਾਂ, ਜੋ ਮੈਂ ਹਰੀ ਦੇ ਨਾਲ ਹੀ ਵਿਗਾੜ ਪਾ ਲੈਣਾ ਕੀਤਾ ਏ। ਯਾ ਵਪ ਯਾ ਇੰਦਰੀ ਮਨ ਖੋਟੋ, ਬੀਰਜਨਾਥ ਕਹਿੰਦਾ ਏ ਵੀ ਮਨਾ ਤੂੰ ਵੀ ਬੜਾ ਖੋਟਾ ਏ, ਇਹ ਇੰਦਰੀਆਂ ਵੀ ਖੋਟੀਆਂ ਨੇ, ਇਹ ਸਰੀਰ ਵੀ ਖੋਟਾ ਏ। ਕਰੋ ਤਿਆਗ ਇਨ ਦੁਸ਼ਟ ਬਰਿਓ, ਮਨ ਨੂੰ ਕਹਿੰਦਾ ਮਨਾ ਮੇਰਾ ਤੇ ਜੀ ਕਰਦਾ ਵੀ ਇਹਨਾਂ ਇੰਦਰੀਆਂ ਨੂੰ, ਸਰੀਰ ਨੂੰ ਤੇਰੇ ਸਮੇਤ ਮੈਂ ਛੱਡ ਦਵਾਂ, ਕਿਉਂਕਿ ਬਰਿਓ ਬਹੁਤ ਹੀ ਤੁਸੀਂ ਗੰਦੇ ਹੋ, ਖੋਟੇ ਹੋ, ਜੋ ਤੁਸਾਂ ਨੇ ਮੇਰਾ ਭਗਵਾਨ ਨਾਲ ਵੈਰ ਪਵਾ ਛੱਡਿਆ ਏ। ਮੈਂ ਤੋ ਸੁਧ ਆਤਮਾ ਚਿਤ ਗਨ, ਹਾਂ ਬੀਰਜਨਾਥ ਨੂੰ ਗਿਆਨ ਹੋ ਗਿਆ ਏ। ਗਿਆਨ ਕੀ ਹੋਇਆ ਏ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਨ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਨ। ਕਹੋ ਕਬੀਰ ਤੂੰ ਰਾਮ ਕੀ ਅੰਸ, ਜਸ ਕਾਗਦ ਪਰ ਮਿਟੇ ਨਾ ਮੰਸ। ਇਹ ਗਿਆਨ ਹੋਇਆ ਏ। ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹੂੰ, ਮੇਰੇ ਵਿੱਚ ਔਰ ਬ੍ਰਹਮ ਵਿੱਚ ਕੋਈ ਭੇਦ ਭਾਵ ਨਹੀਂ ਹੈ। ਇਹ ਉਹਨੂੰ ਗਿਆਨ ਹੋ ਗਿਆ ਏ। ਮੈਂ ਬ੍ਰਹਮ ਤੋਂ ਪੈਦਾ ਹੋਇਆ ਏ। ਉਹ ਕਹਿੰਦਾ ਮੈਂ ਸ਼ੁੱਧ ਆਤਮਾ ਹਾਂ, ਮੈਂ ਚਿਦਗਨ ਸਰੂਪ ਹਾਂ। ਇਹ ਉਸ ਨੂੰ ਗਿਆਨ ਹੋ ਗਿਆ ਏ। ਇਨ ਬੈਰਨ ਸੰਗ ਜੀਵ ਭਇਓ, ਇਹਨਾਂ ਇੰਦਰੀਆਂ ਮਨ ਤੇ ਸਰੀਰ ਵੈਰੀਆਂ ਦੇ ਨਾਲ ਲੱਗ ਕੇ ਮੈਂ ਜੀਵ ਹੋ ਗਿਆ। ਮੈਂ ਤੇ ਸ਼ੁੱਧ ਬ੍ਰਹਮ ਸਾਂ। ਇਹਨਾਂ ਇੰਦਰੀਆਂ ਦੀ ਸੰਗਤ ਕਰਨੇ ਕਰਕੇ ਤੇ ਇਸ ਮਨ ਬੈਰੀ ਦਾ ਸੰਗ ਕਰਨੇ ਕਰਕੇ ਮੈਂ ਬ੍ਰਹਮ ਤੋਂ ਇੱਕ ਤੁੱਛ ਜਿਹਾ ਜੀਵ ਬਣ ਗਿਆ। ਦੁੱਖ ਸੁਖ ਕਾ ਭਾਗੀ ਹਾਂ ਬਨ ਕਰ, ਹਾਂ ਦੁੱਖ ਤੇ ਸੁਖ ਦਾ ਭਾਗੀਦਾਰ ਮੈਂ ਬਣ ਕਰਕੇ। ਨਰਕ ਸਵਰਗ ਬਹੁ ਜਨਮ ਧਰਿਓ, ਨਰਕਾਂ ਤੇ ਸਵਰਗਾਂ ਵਿੱਚ ਭ੍ਰਮਣਾ ਕੀਤਾ ਤੇ ਬਹੁਤੇ ਜਨਮ ਧਾਰਨਾ ਕੀਤੇ ਨੇ, ਇਹਨਾਂ ਵੈਰੀਆਂ ਦਾ ਸੰਗ ਕਰਕੇ। ਇਨ ਤੇ ਭਿੰਨ ਹੋਏ ਆਤਮ ਹੀ, ਹਾਂ ਜੇ ਮੈਂ ਇਹਨਾਂ ਤੋਂ ਵੱਖਰਾ ਹੋ ਜਾਵਾਂ ਨਾ ਮਨ ਤੋਂ, ਫਿਰ ਚਤੁਸ਼ਟ ਅੰਤःਕਰਣ ਤੋਂ, 10 ਇੰਦਰੀਆਂ ਤੋਂ, ਜਾਂ ਜੋ 5 ਤੱਤ ਤੇ 5 ਤੱਤਾਂ ਦਾ ਕਾਰਿਆ ਜੋ ਸੂਖਮ ਸਥੂਲ ਸਰੀਰ ਹੈ, ਇਹਨਾਂ ਤੋਂ ਮੈਂ ਵੱਖਰਾ ਹੋ ਜਾਵਾਂ ਤੇ ਮੈਂ ਬ੍ਰਹਮ ਹੀ ਹਾਂ। ਆਤਮ ਮੈਨੇ ਬ੍ਰਹਮ, ਮੈਂ ਬ੍ਰਹਮ ਹੀ ਹਾਂ, ਮੈਂ ਆਤਮ ਸਰੂਪ ਹੀ ਹਾਂ। ਜਲ ਤਰੰਗ ਨਹਿ ਭੇਦ ਪਰਿਓ, ਹਾਂ ਜਿਵੇਂ ਜਲ ਵਿੱਚ ਤੇ ਤਰੰਗ ਵਿੱਚ ਕੋਈ ਭੇਦ ਨਹੀਂ ਹੁੰਦਾ, ਇਸੇ ਤਰੀਕੇ ਨਾਲ ਮੇਰੇ ਵਿੱਚ ਤੇ ਬ੍ਰਹਮ ਵਿੱਚ ਕੋਈ ਭੇਦ ਨਹੀਂ ਰਵੇਗਾ। ਸੂਰਜ ਕਿਰਨ ਮਿਲੈ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਅਵਸਥਾ ਨੂੰ ਪ੍ਰਾਪਤ ਹੋ ਜਾਵਾਂਗਾ। ਸੋਏ ਉਪਾਏ ਕਰੋ ਮੈਂ ਆਬ ਹੀ, ਬੀਰਜਨਾਥ ਆਪਣੇ ਮਨ ਨੂੰ ਕਹਿੰਦਾ ਮਨਾ ਮੈਂ ਹੁਣ ਉਹ ਯਤਨ ਕਰਾਂਗਾ, ਜਾਂ ਤੇ ਆਤਮ ਹੋ ਵਿਚਰੋ, ਜਿਹਦੇ ਨਾਲ ਮੈਂ ਬ੍ਰਹਮ ਸਰੂਪ ਹੋ ਜਾਵਾਂਗਾ ਤੇ ਸੰਸਾਰ ਵਿੱਚ ਜੀਵਨ ਮੁਕਤ ਹੋ ਕਰਕੇ ਵਿਚਰਾਂਗਾ। ਵਿਸ਼ਵ ਵਿਭੂਤ ਪਰਮਾਤਮ ਮਿਲ ਕਰ, ਵਿਸ਼ਵ ਵਿਭੂਤ ਸਰਬਲੋ ਪ੍ਰਮਾਤਮਾ ਦੇ ਨਾਲ ਮਿਲ ਕਰਕੇ। ਜੋਤ ਅਨਾਹਦ ਰੂਪ ਧਰੋ, ਹਾਂ ਮੈਂ ਅਨਾਹਦ ਜੋਤੀ ਵਾਲਾ ਰੂਪ ਧਾਰਾਂਗਾ। ਜਿਵੇਂ ਗੁਰੂ ਖਾਲਸਾ ਜੀ ਇੱਕ ਜੋਤ ਹੁੰਦੀ ਹੈ, ਉਹਦਾ ਹੱਦ ਬੰਨਾ ਹੁੰਦਾ ਏ। ਲਾਈਟ ਹੈ, ਬਲਬ ਹੈ, ਕੋਈ 100 ਵਾਟ ਦਾ ਏ, ਕੋਈ 200 ਵਾਟ ਦਾ ਏ। ਉਹਦਾ ਹੱਦ ਬੰਨਾ ਏ ਵੀ ਇਹਦੀ ਲਾਈਟ ਇੱਥੋਂ ਤੱਕ ਜਾ ਸਕਦੀ ਹੈ। ਜਿਹੜੀ ਭਗਵਾਨ ਦੀ ਜਾਗਤ ਜੋਤ ਹੈ, ਉਹਦਾ ਹੱਦ ਬੰਨਾ ਕੋਈ ਨਹੀਂ ਹੈ। ਉਹ ਜ਼ਮੀਨ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ। ਧਰਤੀ ਤੋਂ ਲੈ ਕੇ ਅਸਮਾਨ ਤੱਕ, ਪਤਾਲਾਂ ਤੱਕ, ਖੰਡਾਂ ਬ੍ਰਹਿਮੰਡਾਂ ਵਿੱਚ ਉਸ ਇੱਕ ਜਾਗਦੀ ਜੋਤ ਦਾ ਹੀ ਪ੍ਰਕਾਸ਼ ਹੋ ਰਿਹਾ ਹੈ। ਉਹ ਬੀਰਜਨਾਥ ਕਹਿੰਦਾ ਏ ਜੋ ਅਨਾਹਦ ਹੱਦ ਬੰਨੇ ਤੋਂ ਰਹਿਤ ਜੋਤ ਹੈ, ਉਸ ਦਾ ਮੈਂ ਰੂਪ ਧਾਰ ਲਵਾਂਗਾ, ਭਾਵ ਉਹਦੇ ਨਾਲ ਮੈਂ ਇੱਕ ਮਿਕ ਹੋ ਜਾਵਾਂਗਾ। ਦੁਵੈ ਮਾਰਗ ਬਰਨਿਓ ਸਿਆਨੇ, ਹਾਂ ਬੀਰਜਨਾਥ ਕਹਿੰਦਾ ਮਨਾ ਮੈਨੂੰ ਪਤਾ ਏ, ਸਿਆਣਿਆਂ ਪੁਰਖਾਂ ਨੇ 2 ਮਾਰਗ ਦੱਸੇ ਨੇ ਜੋਤ ਰੂਪ ਹੋਣ ਦੇ। ਆਰਾਧਨ ਦੁਤੀਯ ਵਿਰੋਧ ਕਹਿਓ, ਪਹਿਲਾ ਮਾਰਗ ਹੈ ਆਰਾਧਨ ਪਰਮੇਸ਼ਰ ਦੀ ਪੂਜਾ ਕਰਨੀ, ਤੇ ਦੂਜਾ ਮਾਰਗ ਹੈ ਵੀ ਜੰਗ ਦੇ ਮੈਦਾਨ ਦੇ ਵਿੱਚ ਜਾ ਕਰਕੇ ਸ਼ਹੀਦ ਹੋ ਨਿਬੜਨਾ। ਪੂਰਬ ਨਾਹੇ ਆਰਾਧਿਓ ਜਾ ਕਹੋ, ਹਾਂ ਪਹਿਲਾਂ ਮੈਂ ਇਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ,
ਇਹਦੀ ਪੂਜਾ ਨਹੀਂ ਕਰਨਾ ਕੀਤੀ। ਸਰ ਵਿਰੋਧ ਅਪਰਾਧ ਬਨਿਓ। ਹਾਂ, ਮੈਂ ਵਿਰੋਧ ਨਾਲ ਸੜ ਕਰਕੇ ਤੇ ਅਪਰਾਧੀ ਬਣ ਗਿਆ ਹਾਂ। ਮੈਂ ਪਹਿਲਾਂ ਤੋਂ ਹੀ ਵਿਰੋਧ ਦਾ ਮਾਰਗ ਅਖਤਿਆਰ ਕੀਤਾ ਹੈ। ਸਰੋ ਵਿਰੋਧ ਨਾਲ ਮੈਂ ਸੜਿਆ ਹਾਂ ਤੇ ਅਪਰਾਧੀ ਬਣਿਆ ਹੋਇਆ ਹਾਂ। ਜੈਸੋ ਕਾਸ਼ ਕਸ਼ਿਓ ਅਬ ਜਾ ਸੰਗ। ਹਾਂ, ਜਿਸ ਤਰੀਕੇ ਦੇ ਨਾਲ ਮੈਂ ਯੁੱਧ ਵਾਲਾ ਸਾਜੋ ਸਮਾਨ ਇਸ ਭਗਵਾਨ ਦੇ ਨਾਲ ਕੱਸਿਆ ਹੈ ਨਾ, ਪਹਿਲਾਂ ਤੋਂ ਹੀ ਭਗਵਾਨ ਨਾਲ ਯੁੱਧ ਕਰਦਾ ਰਿਹਾ ਹੈ। ਕਿਉਂਕਿ ਦੋ ਤਰੀਕੇ ਦਾ ਸਾਜੋ ਸਮਾਨ ਹੁੰਦਾ ਹੈ। ਇੱਕ ਆਰਾਧਨ ਦਾ ਵੀ ਸਾਜੋ ਸਮਾਨ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਨੇ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪੂਜਾ ਵਿਧੀ ਵਿਧਾਨ ਦੇ ਸਹਿਤ ਹੁੰਦੀ ਹੈ। ਗੁਰ ਪੂਜਾ ਵਿਧ ਸਹਿਤ ਕਰੋ। ਗੁਰੂ ਦੀ ਪੂਜਾ ਵਿਧੀ ਨਾਲ ਹੁੰਦੀ ਹੈ। ਧੂਪ ਦੀਪ ਇਤਿਆਦਿਕ ਸਾਜੋ ਸਮਾਨ ਹੈ। ਇਸੇ ਤਰੀਕੇ ਨਾਲ ਯੁੱਧ ਦਾ ਸਾਜੋ ਸਮਾਨ ਕਿਰਪਾਨ ਖੰਡਾ ਇਤਿਆਦਿਕ ਹੈ। ਮਹਾਰਾਜ ਕਲਗੀਧਰ ਜੀ ਕਹਿੰਦੇ, ਬੀਰ ਜਨਾਦ ਕਹਿੰਦਾ ਵੀ ਜਿੱਦਾਂ ਦਾ ਮੈਂ ਪਹਿਲਾਂ ਯੁੱਧ ਵਾਲਾ ਸਾਜੋ ਸਮਾਨ ਕੱਛਿਓ ਮੈਨੇ ਕੱਸਿਆ ਹੋਇਆ ਹੈ, ਹੁਣ ਉਸੇ ਤਰੀਕੇ ਨਾਲ ਹੀ ਮੈਂ ਭਗਵਾਨ ਦੇ ਨਾਲ ਯੁੱਧ ਕਰਾਂਗਾ ਜਿਵੇਂ ਮਨਾ ਪਹਿਲਾਂ ਕਰਦਾ ਆਇਆ ਹਾਂ। ਯਾਹੀ ਕਸ਼ ਹੁਣ ਸਫਲ ਗਨਿਓ। ਹਾਂ, ਇਸ ਭਗਵਾਨ ਦੇ ਨਾਲ ਹੁਣ ਸਾਜੋ ਸਮਾਨ ਲੈ ਕੇ ਮੈਂ ਯੁੱਧ ਕਰਾਂਗਾ ਤੇ ਹੁਣ ਮੈਂ ਸਫਲਾ ਗਣਿਓ, ਮੈਨੇ ਗਿਣਿਆ ਹੈ। ਜਾਹੀ ਕੱਛ ਹੁਣ ਸਫਲ ਗਣਿਓ। ਕੱਛ ਮੈਨੇ ਸਾਜੋ ਸਮਾਨ, ਇਸ ਭਗਵਾਨ ਦੇ ਨਾਲ ਸਾਜੋ ਸਮਾਨ ਲੈ ਕੇ ਮੈਂ ਯੁੱਧ ਕਰਾਂਗਾ ਤੇ ਹੁਣ ਇਹ ਸਾਜੋ ਸਮਾਨ ਤੇ ਆਪਣਾ ਜਨਮ ਮੈਂ ਸਫਲਾ ਗਣਿਆ ਹੈ। ਪਰੰਪਰਾਏ ਹੋਤ ਅਸ ਆਇਓ। ਪਰੰਪਰਾਏ ਪਹਿਲਾਂ ਤੋਂ ਹੀ ਹੁੰਦਾ ਆਇਆ ਹੈ। ਭਗਵਾਨ ਦੇ ਅੱਗੇ ਵੀ ਅੜਦੇ ਆਏ ਨੇ। ਮਧੂ ਕੈਟਬ ਵਰਗੇ ਭਗਵਾਨ ਦੇ ਹੱਥੋਂ ਮਰ ਕੇ ਉਹ ਸੱਚਖੰਡ ਨੂੰ ਗਏ ਨੇ, ਜਾਗਤ ਜੋਤ ਵਿੱਚ ਅਭੇਦ ਹੋਏ ਨੇ। ਆਰਾਧ ਵਿਰੋਧ ਦੋ ਪੈਂਡ ਬਨਿਓ। ਪਹਿਲਾਂ ਤੋਂ ਹੀ ਪਰਮੇਸ਼ਰ ਦੀ ਪੂਜਾ ਕਰਨੀ ਤੇ ਪਰਮੇਸ਼ਰ ਦਾ ਵਿਰੋਧ ਕਰਨਾ, ਇਹ ਦੋਨੋਂ ਹੀ ਪੈਂਡੇ ਰਸਤੇ ਬਣੇ ਆਏ ਨੇ। ਸਦਾ ਜੀਵ ਨਾ ਕੋ ਜਾ ਜਗ ਮਹਿ। ਇਸ ਜਗਤ ਦੇ ਵਿੱਚ ਸਦਾ ਰਹਿਣੇ ਵਾਲਾ ਕੋਈ ਜੀਵ ਨਹੀਂ ਹੈ ਜਿਹੜਾ ਸਦਾ ਇਹ ਸੰਸਾਰ ਦੇ ਵਿੱਚ ਜੀਂਦਾ ਰਵੇ। ਦੇਹ ਅਨਿਤ ਅਵਸ਼ ਮਰਨੋ। ਇਹ ਦੇਹ ਝੂਠੀ ਹੈ ਤੇ ਅਵਸ਼ ਹੀ ਮਰਨਾ ਹੋਵੇਗਾ। ਜ਼ਰੂਰ ਹੀ ਇਹ ਦੇਹ ਨੂੰ ਛੱਡ ਕੇ ਸੰਸਾਰ ਤੋਂ ਜਾਣਾ ਹੋਵੇਗਾ। ਜਾਂ ਤੇ ਲਰ ਮਰ ਜਾਂ ਮਹਿ ਮਿਲ ਕਰ। ਇਸ ਲਈ ਮੈਂ ਚਾਹਣਾ ਬਣਾ ਵੀ ਇਹ ਭਗਵਾਨ ਨਾਲ ਲੜ ਮਰ ਕਰਕੇ ਤੇ ਇਹ ਭਗਵਾਨ ਦੇ ਵਿੱਚ ਮਿਲ ਕਰਕੇ, ਜਾਂ ਤੇ ਲੜ ਮਰ ਜਾਂ ਮਹਿ ਮਿਲ ਕਰ। ਇਹ ਮਹਿ ਪਦ ਪੁਰਾਤਨ ਬੀੜਾਂ ਵਿੱਚ ਵੀ ਹੈ ਤੇ ਛਾਪੇ ਦੀਆਂ ਬੀੜਾਂ 'ਚ ਵੀ ਹੈ। ਸਟੀਕ ਵਿੱਚ ਰਹਿ ਗਿਆ, ਲਗਾ ਲੈਣਾ ਜੀ। ਆਤਮ ਸੁਖ ਬੜ ਲਾਭ ਗਨਿਓ। ਆਤਮ ਸੁਖ ਨੂੰ ਪ੍ਰਾਪਤ ਕਰਾਂ, ਇਹ ਭੁਗਤਾ ਹੀ ਵੱਡਾ ਲਾਭ ਮੈਂ ਮਨਾ ਗਣੋ ਵਿਚਾਰਨਾ ਕੀਤਾ ਏ। ਸਤੀ ਸੂਰ ਕਹੋ ਬ੍ਰਤ ਹੈ ਏਕ ਹੋ। ਹਾਂ, ਸਤੀ ਤੇ ਸੂਰਮੇ ਦਾ ਇੱਕੋ ਹੀ ਧਰਮ ਹੈ। ਪਹਿਲਾਂ ਗੁਰੂ ਖਾਲਸਾ ਜੀ ਪਤੀ ਮਰ ਜਾਂਦਾ, ਇਸਤਰੀਆਂ ਨਾਲ ਸਤੀ ਹੁੰਦੀਆਂ ਸਨ। ਸੂਰਮੇ ਯੁੱਧ ਦੇ ਮੈਦਾਨ ਵਿੱਚ ਖੰਡਾ ਖੜਕਾ ਕੇ ਸ਼ਹੀਦ ਹੁੰਦੇ ਸਨ। ਮਹਾਰਾਜ ਕਲਗੀਧਰ ਜੀ ਕਹਿੰਦੇ, ਬੀਰ ਜਨਾਦ ਕਹਿੰਦਾ ਏ, ਸਤੀ ਦਾ ਤੇ ਸੂਰਮੇ ਦਾ ਇੱਕੋ ਜਿਹਾ ਹੀ ਧਰਮ ਹੈ। ਹਾਥ ਸੰਧੌਰਾ ਲੇਤ ਬਨੋ। ਹੱਥ ਦੇ ਵਿੱਚ ਸੰਧੌਰਾ ਦੋਨਾਂ ਨੂੰ ਹੀ ਲੈਣਾ ਬਣ ਆਉਂਦਾ ਹੈ। ਨਾਰੀਅਲ ਤੇ ਸੰਧੂਰ, ਫੁੱਲ, ਸੁਪਾਰੀ ਅਤੇ ਚੌਲ, ਇਹਨਾਂ ਵਸਤੂਆਂ ਨੂੰ ਸੰਧੌਰਾ ਕਹਿੰਦੇ ਨੇ। ਇਸਤਰੀਆਂ ਸਤੀ ਹੋਣ ਵੇਲੇ ਆਪਣੇ ਪਤੀ ਨੂੰ ਇਹ ਸਭ ਕੁਝ ਅਰਪ ਕੇ ਮਰੇ ਹੋਏ ਨੂੰ ਫਿਰ ਸਤੀ ਹੁੰਦੀਆਂ ਨੇ। ਸੋ ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਬੀਰ ਜਨਾਦ ਇਹ ਕਹਿੰਦਾ ਏ ਕਿ ਸਤੀ ਤੇ ਸੂਰਮੇ ਦਾ ਧਰਮ ਇੱਕੋ ਹੀ ਹੈ। ਸਤੀ ਨੇ ਵੀ ਆਪਣੇ ਹੱਥ ਵਿੱਚ ਸੰਧੌਰਾ ਲਿਆ ਹੁੰਦਾ ਏ ਤੇ ਸੂਰਮੇ ਨੇ ਵੀ ਸੰਧੌਰਾ ਲਿਆ ਹੁੰਦਾ ਏ। ਭਾਵ ਇਹਦਾ ਇਹ ਹੈ ਕਿ ਸੂਰਮਾ ਜਦੋਂ ਜੰਗ ਦੇ ਮੈਦਾਨ ਨੂੰ ਚੜ੍ਹਦਾ ਤੇ ਹੱਥ ਵਿੱਚ ਖੰਡਾ ਹੁੰਦਾ ਹੈ। ਉਹ ਖੰਡਾ ਨਹੀਂ ਹੁੰਦਾ, ਉਹਦੀ ਮੌਤ ਉਹਦੇ ਹੱਥ ਵਿੱਚ ਹੁੰਦੀ ਹੈ। ਉਹ ਆਪਣੀ ਮੌਤ ਨੂੰ ਤਲੀ ਤੇ ਰੱਖ ਕੇ ਯੁੱਧ ਦੇ ਮੈਦਾਨ ਵਿੱਚ ਜਾਂਦਾ ਹੈ। ਤੇ ਜਿਹੜੀ ਔਰਤ ਹੁੰਦੀ ਹੈ, ਉਹ ਜਦੋਂ ਪਤੀ ਨੂੰ ਜੰਗ ਦੇ ਮੈਦਾਨ ਨੂੰ ਤੋਰਦੀ ਹੈ, ਉਹ ਵੀ ਆਪਣੇ ਹੱਥ ਵਿੱਚ ਸੰਧੌਰਾ ਫੜ ਲੈਂਦੀ ਹੈ ਵੀ ਪਤਾ ਨਹੀਂ ਪਤੀ ਨੇ ਆਉਣਾ ਕਿ ਉਹਨੇ
ਲੜ ਕੇ ਸ਼ਹੀਦ ਹੋ ਜਾਣਾ ਤੇ ਮੈਨੂੰ ਅੱਗ ਤੇ ਬੈਠਣਾ ਪੈਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਤੁਕ ਆਉਂਦੀ ਹੈ, ਅਬ ਤੋ ਜਰੇ ਮਰੇ ਸਿੱਧ ਪਾਈਐ, ਲੀਨੋ ਹਾਥ ਸੰਧੌਰਾ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਜਿਸ ਇਸਤਰੀ ਨੇ ਹੱਥ ਵਿੱਚ ਸੰਧੌਰਾ ਲੈ ਲਿਆ ਹੈ ਨਾ, ਉਸ ਨੂੰ ਤਾਂ ਹੁਣ ਸੜ ਮਰ ਕੇ ਸਿੱਧੀ ਭਾਵ ਸਤੀ ਵਾਲਾ ਮੁਰਾਤਬਾ ਮਿਲੇਗਾ ਹੀ। ਤੇਵੇਂ ਇਹ ਮਨਾ ਤੂੰ ਪ੍ਰਭੂ ਦੀ ਓਟ ਲਈ ਹੈ, ਕਾਮ ਆਦਿਕਾਂ ਦੇ ਸਾਹਮਣੇ ਡੁੱਲਣਾ ਛੱਡ ਦੇ। ਹੁਣ ਆਪਣੇ ਆਪ ਨੂੰ ਇਹ ਸਮਝ ਵੀ ਤੂੰ ਜਰ ਮਰ ਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਤੂੰ ਕਰੇਗਾ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਇਹ ਜ਼ਿਕਰ ਆਇਆ ਹੈ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਸਤੀ ਦਾ ਤੇ ਸੂਰਮੇ ਦਾ ਇੱਕੋ ਜਿਹਾ ਹੀ ਧਰਮ ਹੈ। ਜਿਹਦਾ ਪਤੀ ਮਰ ਗਿਆ ਇਹ ਸਤੀ ਉਹ ਵੀ ਆਪਣੇ ਹੱਥ ਵਿੱਚ ਸੰਧੌਰਾ ਲੈ ਲਵੇ, ਤੇ ਸੂਰਮਾ ਵੀ ਆਪਣੇ ਹੱਥ ਵਿੱਚ ਜਿਹੜਾ ਖੰਡਾ ਪਕੜਿਆ ਏ ਉਹਨੂੰ ਸੰਧੌਰਾ ਹੀ ਸਮਝੇ, ਭਾਵ ਆਪਣੀ ਮੌਤ ਹੀ ਸਮਝੇ। ਜਰੇ ਮਰੇ ਬਿਨ ਸਿੱਧ ਨਾ ਪਾਈਅਤ। ਮਹਾਰਾਜ ਕਲਗੀਧਰ ਜੀ ਕਹਿੰਦੇ ਵੀ ਇਸਤਰੀ ਜਿੰਨਾ ਚਿਰ ਸੜੇ ਨਾ ਤੇ ਸੂਰਮਾ ਜਿੰਨਾ ਚਿਰ ਜੰਗ ਦੇ ਮੈਦਾਨ ਵਿੱਚ ਮਰੇ ਨਾ, ਉਹਨਾਂ ਚਿਰ ਤੱਕ ਸਿੱਧੀ ਮੁਕਤੀ ਨਹੀਂ ਪਈਅਤ ਪਾਈ ਦੀ। ਇਹ ਸ਼ਾਸਤਰਾਂ ਦੇ ਵਿੱਚ ਲਿਖਿਆ ਏ। ਪ੍ਰਾਨ ਨਿਬਾਹਨ ਭਾਗ ਗਨੋ। ਹਾਂ, ਜਿਹੜਾ ਸੂਰਮਾ ਯੁੱਧ ਦੇ ਮੈਦਾਨ ਵਿੱਚ ਆਪਣਾ ਪ੍ਰਣ ਕੀਤਾ ਹੋਇਆ ਨਿਭਾ ਦਿੰਦਾ ਹੈ ਨਾ, ਉਹ ਉਹਦੇ ਵੱਡੇ ਭਾਗ ਗਣੋ, ਗਣਨਾ ਕਰੋ, ਮੰਨਣਾ ਕਰੋ। ਵੀਰ ਜਨਾਦ ਕਹਿੰਦਾ ਪ੍ਰਣ ਨਿਬਾਹਨ ਭਾਗ ਗਣੋ। ਤੂੰ ਪ੍ਰਣ ਕੀਤਾ ਸੀ ਵੀ ਯੁੱਧ ਦੇ ਮੈਦਾਨ ਵਿੱਚ ਮੈਂ ਮਰ ਮਿਟਾਂਗਾ, ਉਹਨੇ ਆਪਣਾ ਪ੍ਰਾਣ ਨਿਭਾਉਣਾ ਕਰ ਤੇ ਆਪਣੀ ਉੱਤਮ ਭਾਗ ਗਿਣਨਾ ਕਰ। ਰੰਚਕ ਜਾ ਮਹਿ ਬ੍ਰਤ ਹੋਏ ਖੰਡਨ। ਹਾਂ, ਥੋੜਾ ਜਿਹਾ ਵੀ ਹੁਣ ਯੁੱਧ ਦੇ ਮੈਦਾਨ ਵਿੱਚ ਤੇਰਾ ਧਰਮ ਖੰਡਨ ਹੋ ਗਿਆ। ਉਬੈ ਲੋਕ ਤਿਹ ਨਸ਼ਟ ਭਨੋ। ਹਾਂ, ਜਿਹਦਾ ਥੋੜਾ ਜਿੰਨਾ ਵੀ ਧਰਮ ਖੰਡਨ ਹੋ ਜਾਂਦਾ ਹੈ ਨਾ, ਜੇ ਸਤੀ ਔਰਤ ਸਤੀ ਹੋਣ ਵੇਲੇ ਡਰ ਜਾਵੇ, ਉਹ ਦੋਨਾਂ ਲੋਕਾਂ ਦੇ ਵਿੱਚ ਉਹਦਾ ਮਾਣ ਸਤਿਕਾਰ ਖਤਮ ਹੋ ਜਾਂਦਾ ਹੈ। ਲੋਕ ਵਿੱਚ ਵੀ ਉਹਨੂੰ ਕਾਇਰ ਕਹਿੰਦੇ ਨੇ ਤੇ ਪ੍ਰਲੋਕ ਵਿੱਚ ਵੀ ਉਹਨੂੰ ਥਾਂ ਨਹੀਂ ਮਿਲਦੀ। ਸੂਰਮਾ ਡਰ ਜਾਵੇ, ਥਿੜਕ ਜਾਵੇ, ਲੋਕ ਕਾਇਰ ਕਹਿੰਦੇ ਨੇ, ਪ੍ਰਲੋਕ ਵਿੱਚ ਥਾਂ ਨਹੀਂ ਮਿਲਦੀ। ਇਸ ਲਈ ਵੀਰ ਜਨਾਦ ਆਪਣੇ ਮਨ ਨੂੰ ਸਮਝਾਉਂਦਾ ਏ ਵੀ ਰੰਚਕ ਜਾ ਮੈਂ ਬ੍ਰਤ ਹੋਏ ਖੰਡਨ। ਸਤੀ ਤੇ ਸੂਰਮੇ ਦੇ ਧਰਮ ਵਿੱਚ ਥੋੜਾ ਜਿਹਾ ਵੀ ਰੁਕਾਵਟ ਪੈ ਜਾਵੇ, ਧਰਮ ਖੰਡਨ ਹੋ ਜਾਵੇ, ਤੇ ਸਤੀ ਤੇ ਸੂਰਮੇ ਦੋਨਾਂ ਦਾ ਹੀ, ਤਿਨਾਂ ਦਾ ਉਭੈ ਲੋਕ ਦੋਨਾਂ ਲੋਕਾਂ ਵਿੱਚ ਖਤਮ ਹੋਇਆ ਮਾਣ ਸਤਿਕਾਰ ਸ਼ਾਸਤਰਾਂ ਦੇ ਵਿੱਚ ਭਨੋ ਕਿਹਾ ਜਾਂਦਾ ਏ। ਰਹਿਣੀ ਭਲੀ ਨਿਬਾਹਨ ਜੀ ਸੰਗ। ਮਹਾਰਾਜ ਕਲਗੀਧਰ ਜੀ ਕਹਿੰਦੇ ਭਲੀ ਰਹਿਣੀ ਨੂੰ ਜ਼ਿੰਦਗੀ ਦੇ ਨਾਲ ਨਿਭਾਉਣਾ ਚਾਹੀਦਾ ਹੈ। ਏਕ ਰੰਗ ਚਾਹੋ ਜੋ ਰੰਗਨੋ। ਹਾਂ, ਜੇਕਰ ਜੀਵ ਨੇ ਇੱਕ ਪ੍ਰੇਮ ਦੇ ਰੰਗ ਨਾਲ ਵਾ ਆਤਮਾ ਦੇ ਰੰਗ ਨਾਲ ਮਨ ਬੁੱਧ ਹੰਕਾਰ ਤੇ ਚਿੱਤ ਚੌਹਾਂ ਨੂੰ ਰੰਗਣਾ ਹੋਵੇ ਨਾ, ਤੇ ਫਿਰ ਕੀ ਭਲੀ ਰਹਿਣੀ ਨੂੰ ਉੱਤਮ ਜ਼ਿੰਦਗੀ ਦੇ ਵਿੱਚ ਨਿਭਾਉਣਾ ਚਾਹੀਦਾ ਹੈ। ਜੀ ਦਾ ਅਰਥ ਹੈ ਜ਼ਿੰਦਗੀ। ਭਲੀ ਰਹਿਣੀ ਆਪਣੀ ਜ਼ਿੰਦਗੀ ਦੇ ਨਾਲ ਨਿਭਾਉਣੀ ਚਾਹੀਦੀ ਹੈ। ਜਿਹੋ ਜੀ ਰਹਿਣੀ ਕਿਸੇ ਨੇ ਧਾਰੀ ਹੋਵੇ, ਉਹ ਰਹਿਣੀ ਗੁਰੂ ਖਾਲਸਾ ਜੀ ਓੜਕ ਤੱਕ ਨਿਭਾਉਣੀ ਚਾਹੀਦੀ ਹੈ। ਜੇ ਕੋਈ ਜਪਜੀ ਸਾਹਿਬ ਦਾ ਪਾਠ ਕਰਦਾ ਏ, ਉਹ ਜਪਜੀ ਸਾਹਿਬ ਦਾ ਪਾਠ ਮਰਦੇ ਦਮ ਤੱਕ ਕਰਦਾ ਰਵੇ, ਅੰਮ੍ਰਿਤ ਵੇਲੇ ਉੱਠ ਕੇ, ਉਹਨੂੰ ਪਰਮ ਗਤੀ ਪ੍ਰਾਪਤ ਹੁੰਦੀ ਹੈ, ਪਰਲੋਕ ਵਿੱਚ ਥਾਂ ਪ੍ਰਾਪਤ ਹੁੰਦਾ ਹੈ। ਬਾਣੀ ਵਿੱਚ ਲਿਖਿਆ ਏ, ਕਬੀਰ ਜੈਸੀ ਉਪਜੀ ਪੇੜ ਤੇ ਤੈਸੀ ਨਿਭੈ ਓੜ, ਹੀਰਾ ਕਿਸ ਕਾ ਬਾਪਰਾ ਪੁਜੈ ਨ ਰਤਨ ਕਰੋੜ। ਜਿਹੋ ਜੀ ਟਹਿਣੀ ਪੈਦਾ ਹੋਈ ਹੈ, ਉਮਰ ਤੱਕ ਓੜਕ ਤੱਕ ਉਦਾਂ ਦੀ ਹੀ ਟਹਿਣੀ ਰਵੇ। ਉਹ ਗੁਰੂ ਖਾਲਸਾ ਜੀ ਨਸ਼ਟ ਨਾ ਹੋਵੇ, ਰੁੱਖ ਦੇ ਨਾਲ ਹੀ ਉਹ ਖਤਮ ਗਰਕ ਹੋਵੇ, ਉਹਦੇ ਬਰਾਬਰ ਹੀਰੇ ਜਵਾਹਰਾਤ ਵੀ ਨਹੀਂ ਪਹੁੰਚਦੇ, ਕਰੋੜਾਂ ਰੁਪਈਏ ਵੀ ਉਹਦੇ ਬਰਾਬਰ ਨਹੀਂ ਉੱਪੜਦੇ। ਭਾਵ ਇਹ ਹੈ ਵੀ ਜਿੱਦਾਂ ਦਾ ਸੰਸਾਰ ਤੇ ਆਇਆ ਹੈ ਨਾ, ਉਦਾਂ ਦਾ ਹੀ ਜਾਵੇ। ਨਾ ਉਹ ਕੋਈ ਵਿਸ਼ੇ ਭੋਗੇ, ਨਾ ਆਪਣੇ ਕੇਸਾਂ ਨੂੰ ਕਤਲ ਕਰਾਵੇ।
ਜਿਹੋ ਜੀ ਰਹਿਣੀ ਉਹਨੇ ਜਨਮ ਤੋਂ ਧਾਰੀ ਹੈ, ਉਹੋ ਜੀ ਰਹਿਣੀ ਦੇ ਵਿੱਚ ਰੰਗਿਆ ਰਵੇ। ਕਰੋੜਾਂ ਹੀਰੇ ਜਵਾਹਰਾਤ ਵੀ ਉਹਦੇ ਤੁਲ ਨਹੀਂ ਉਪੜਦੇ, ਪਰ ਲੋਕ ਵਿੱਚ ਉਹਨੂੰ ਥਾਂ ਪ੍ਰਾਪਤ ਹੁੰਦੀ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਨੇ। ਇਸ ਲਈ ਗੁਰੂ ਖਾਲਸਾ ਜੀ ਭਲੀ ਰਹਿਣੀ ਰੱਖਣੀ ਚਾਹੀਦੀ ਹੈ। ਮਹਾਰਾਜ ਸਾਹਿਬ ਜੀ ਦੇ ਬਚਨ ਨੇ, ਜਾ ਕੀ ਰਹਿਤ ਨਾ ਜਾਣੀਏ, ਗੁਰ ਮੰਤਰ ਨਹੀਂ ਚੀਤ, ਭੋਜਨ ਤਾਂ ਕਾ ਖਾਈਐ, ਵਿਸਰੈ ਹਰਿ ਸਿਉ ਪ੍ਰੀਤ। ਜਿਹਦੀ ਰਹਿਣੀ ਬਹਿਣੀ ਨਾ ਹੋਵੇ, ਉਹਦੇ ਹੱਥੋਂ ਭੋਜਨ ਨਹੀਂ ਛਕਣਾ ਚਾਹੀਦਾ। ਜੇ ਉਹਦੇ ਹੱਥੋਂ ਭੋਜਨ ਛਕੀਏ ਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲੋਂ ਪ੍ਰੀਤੀ ਟੁੱਟ ਜਾਂਦੀ ਹੈ। ਜੈਸਾ ਅੰਨ ਤੈਸਾ ਮਨ, ਇਹ ਵਾਕ ਨੇ। ਜਿਹੋ ਜਿਹਾ ਅੰਨ ਖਾਵਾਂਗੇ ਉਹੋ ਜਿਹਾ ਮਨ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਉਗਰ ਪਾਪ ਦੱਸੇ ਨੇ। ਬ੍ਰਾਹਮਣ ਕੈਲੀ ਘਾਤ ਕੰਜਕਾ, ਅਨਚਾਰੀ ਕਾ ਧਾਨ, ਫਿਟਕ ਫਿਟਕਾ ਕੋਟ ਬਦੀਆ, ਸਦਾ ਸਦਾ ਅਭਮਾਨ। ਅਨਚਾਰੀ ਜਿਹਦਾ ਆਚਰਣ ਚੰਗਾ ਨਹੀਂ ਹੈ, ਉਹਦੇ ਹੱਥ ਦਾ ਭੋਜਨ ਖਾਣੇ ਕਰਕੇ ਗੁਰੂ ਖਾਲਸਾ ਜੀ ਗੁਰੂ ਘਰ ਵਿੱਚ ਮੂੰਹ ਕਾਲਾ ਹੁੰਦਾ ਹੈ। ਇਸ ਵਾਸਤੇ ਰਹਿਣੀ ਬਹਿਣੀ ਵਿੱਚ ਰਹਿਣਾ ਚਾਹੀਦਾ ਹੈ। ਬੀਰਜਨਾਥ ਆਪਣੇ ਮਨ ਨੂੰ ਕਹਿੰਦਾ ਏ, ਉਹ ਕਹਿੰਦਾ ਏ ਵੀ ਜਿਹੜੀ ਰਹਿਣੀ ਰੱਖੀ ਹੋਵੇ ਨਾ, ਭਾਵੇਂ ਯੁੱਧ ਦੀ, ਜਿਵੇਂ ਗੁਰੂ ਕੇ ਖਾਲਸੇ ਦੀ ਰਹਿਣੀ ਹੈ, ਜਾਤ ਗੋਤ ਸਿੰਘਣ ਕੀ ਦੰਗਾ, ਦੰਗਾ ਹੀ ਹਮ ਗੁਰ ਤੇ ਮੰਗਾ। ਧਰਮ ਯੁੱਧ ਕਰਨ ਦੀ ਰਹਿਣੀ ਗੁਰੂ ਕੇ ਖਾਲਸੇ ਦੀ ਹੈ। ਇਹ ਨਹੀਂ ਹੈ ਵੀ ਯੁੱਧ ਭਾਰੀ ਪੈ ਗਿਆ ਤੇ ਯੁੱਧ ਛੱਡ ਕੇ ਭੱਜ ਜਾਣਾ ਏ। ਮਾੜੇ ਦੇ ਨਾਲ ਯੁੱਧ ਕਰਨਾ ਹੋਵੇ ਤੇ ਬਾਹਾਂ ਆਕੜ ਆਕੜ ਕੇ ਖਲੋਣਾ ਏ। ਇਹ ਨਹੀਂ ਹੈ। ਭਾਵੇਂ ਵੱਡਾ ਹੋਵੇ ਭਾਵੇਂ ਨਿੱਕਾ ਹੋਵੇ ਧਰਮ ਯੁੱਧ, ਉਹਦੇ ਵਿੱਚ ਜਿਹੜਾ ਲੜਨ ਮਰਨ ਨੂੰ ਤਿਆਰ ਰਹਿੰਦਾ ਏ ਤੇ ਲੜਦਾ ਮਰਦਾ ਏ ਨਾ, ਉਹ ਪਰਮ ਗਤੀ ਨੂੰ ਪ੍ਰਾਪਤ ਹੁੰਦਾ ਏ। ਇਸ ਲਈ ਬੀਰਜਨਾਥ ਕਹਿੰਦਾ ਏ ਜਿਹੜੀ ਰਹਿਣੀ ਹੈ ਨਾ, ਧਰਮ ਹੈ, ਉਹ ਆਪਣੀ ਜ਼ਿੰਦਗੀ ਦੇ ਨਾਲ ਨਿਭਾਉਣਾ ਚਾਹੀਦਾ ਹੈ। ਏਕ ਰੰਗ ਚਹੁ ਜੋ ਰੰਗਨੋ, ਜੇ ਮਨ ਬੁੱਧ ਚਿੱਤ ਹੰਕਾਰ, ਇਹਨਾਂ ਚੌਹਾਂ ਨੂੰ ਇੱਕ ਵਾਹਿਗੁਰੂ ਦੇ ਰੰਗ ਵਿੱਚ ਰੰਗਣਾ ਏ, ਇੱਕ ਨਾਮ ਰੰਗ ਵਿੱਚ ਰੰਗਣਾ ਏ, ਪ੍ਰਭੂ ਦੇ ਰੰਗ ਵਿੱਚ ਰੰਗਣਾ ਏ, ਪ੍ਰੇਮ ਰੰਗ ਵਿੱਚ ਰੰਗਣਾ ਏ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਐਸੇ ਮਹਾਰਾਜ ਦੀ ਬਾਣੀ ਦੇ ਵਾਕ ਨੇ। ਜੇ ਆਪਣੇ ਮਨ ਨੂੰ ਪ੍ਰੇਮ ਰੰਗ ਵਿੱਚ ਰੰਗਣਾ ਏ ਤੇ ਫਿਰ ਜਿਹੜੀ ਰਹਿਣੀ ਰੱਖੀ ਹੈ ਉਹਨੂੰ ਨਿਭਾਵੇ। ਜੇ ਕੋਈ ਪ੍ਰੇਮ ਦਾ ਪਾਂਧੀ ਹੈ, ਉਹ ਪ੍ਰੇਮ ਦੇ ਰਸਤੇ ਤੇ ਚੱਲੇ। ਜੇ ਕੋਈ ਯੁੱਧ ਦਾ ਪਾਂਧੀ ਹੈ, ਉਹ ਯੁੱਧ ਦੇ ਪੰਧ ਤੇ ਚੱਲੇ। ਜੇ ਕੋਈ ਸਿਦਕ ਦਾ ਪਾਂਧੀ ਹੈ, ਉਹ ਸਿਦਕ ਦੇ ਪੰਧ ਤੇ ਚੱਲੇ। ਇਹ ਮਹਾਰਾਜ ਨੇ ਰਹਿਣੀ ਦੇ ਪਰਥਾਏ ਬੀਰਜਨਾਥ ਦੇ ਮੁਖ ਵਿੱਚ ਰੱਖ ਕੇ ਬਚਨ ਕੀਤੇ ਨੇ ਕਲਗੀਧਰ ਪਾਤਸ਼ਾਹ ਨੇ। ਸੋ ਬੀਰਜਨਾਥ ਕਹਿੰਦਾ ਤੇਰੀ ਰਹਿਣੀ ਅਦਮ ਹੈ, ਕਨਿਸ਼ਟ ਹੈ, ਨੀਚਾਂ ਵਾਲੀ ਹੈ। ਤੂੰ ਭਗਵਾਨ ਦੇ ਨਾਲ ਸਿਰ ਲਾ ਕੇ ਰੱਖਿਆ, ਹੁਣ ਭਗਵਾਨ ਨਾਲ ਮੱਥਾ ਲਾ ਕੇ ਰੱਖ। ਜੇ ਰੱਖੇਗਾ ਓੜਕ ਤੱਕ ਆਪਣੀ ਰਹਿਣੀ ਨਿਭਾਵੇਂਗਾ, ਡੋਲੇਗਾ ਨਹੀਂ, ਤੂੰ ਭਗਵਾਨ ਵਿੱਚ ਲੀਨ ਹੋ ਜਾਵੇਂਗਾ। ਛਤਰੈ ਧਰਮ ਸਮਰਸ਼ਿਤ ਮਰਨ। ਹਾਂ, ਛਤਰੀਆਂ ਦਾ ਧਰਮ ਇਹੋ ਹੀ ਹੁੰਦਾ ਹੈ, ਯੁੱਧ ਦੇ ਮੈਦਾਨ ਵਿੱਚ ਮਰਨਾ ਤੇ ਮਿਟਣਾ। ਲੋਹ ਗਹੇ ਕਾਉ ਲਾਜ ਬਰੋ। ਹਾਂ, ਜਿਹਨੇ ਲੋਹਾ ਫੜ ਕਰਕੇ ਤੇ ਯੁੱਧ ਦਾ ਮੈਦਾਨ ਛੱਡਣਾ ਏ, ਉਹ ਕਾਇ ਰਖਵਾਉਂਦਾ ਏ। ਜਿਹਨੇ ਲੋਹਾ ਪਕੜਿਆ ਹੈ, ਭਾਵ ਸ਼ਸਤਰ ਪਕੜਿਆ ਏ, ਉਹਨੂੰ ਬੜੀ ਲੱਜਾ ਹੁੰਦੀ ਹੈ। ਉਹਨੂੰ ਪਤਾ ਹੁੰਦਾ ਏ ਵੀ ਯੁੱਧ ਦਾ ਮੈਦਾਨ ਮੈਂ ਛੱਡ ਕੇ ਚਲਿਆ ਗਿਆ ਤੇ ਫਿਰ ਮੈਨੂੰ ਸ਼ਰਮਸਾਰ ਹੋਣਾ ਪਵੇਗਾ। ਜਾ ਸਮ ਆਨ ਧਰਮ ਨਹੀਂ ਨੀਕੋ। ਯੁੱਧ ਦੇ ਮੈਦਾਨ ਵਿੱਚ ਲੜਨਾ ਮਰਨਾ ਮਿਟਣਾ, ਇਹਦੇ ਬਰਾਬਰ ਹੋਰ ਕੋਈ ਧਰਮ ਚੰਗਾ ਨਹੀਂ ਹੈ। ਸੰਕ ਛੋੜ ਕਰ ਸਮਰ ਪੱਗੋ। ਇਹ ਬੀਰਜਨਾਥਾ, ਹੁਣ ਸ਼ੰਕਾ ਨੂੰ ਛੱਡ ਕੇ ਜੰਗ ਦੇ ਮੈਦਾਨ ਵਿੱਚ ਜਾ ਕੇ ਪੈਰ ਗੱਡ ਦੇ। ਬਹੁ ਚਿਰ ਯਾ ਸੰਗ ਜੁੱਧ ਹਾ ਕੀਨੋ। ਬੀਰਜਨਾਥ ਆਪਣੇ ਮਨ ਨੂੰ ਕਹਿੰਦਾ ਬੜਾ ਲੰਮਾ ਸਮਾਂ ਹੋ ਗਿਆ ਇਹਦੇ ਨਾਲ ਯੁੱਧ ਕਰਦਿਆਂ ਨੂੰ,
ਬੜਾ ਯੁੱਧ ਕੀਤਾ ਭਗਵਾਨ ਦੇ ਨਾਲ। ਬੀਤ ਗਏ ਹੈ ਬਰਖ ਕਨੇ, ਬਹੁਤਾ ਸਮੇਂ ਬਹੁਤੇ ਸਾਲ ਬਤੀਤ ਹੋ ਗਏ ਨੇ। ਯਾ ਕੀ ਉਪਮਾ ਵਰਨ ਨ ਸਕੋ, ਇਹ ਭਗਵਾਨ ਦੀ ਉਪਮਾ ਵਰਣਨ ਨਹੀਂ ਕੀਤੀ ਜਾ ਸਕਦੀ। ਯਾ ਸਮ ਯਾ ਕਹੋ ਕਹਿਤ ਬਨੇ, ਇਸ ਦੇ ਬਰਾਬਰ ਇਸ ਨੂੰ ਹੀ ਕਹਿਣਾ ਬਣਦਾ ਹੈ। ਯਾ ਸਮ ਯਾ ਕਹੋ ਕਹਿਤ ਬਣੇ, ਇਸ ਭਗਵਾਨ ਦੇ ਬਰਾਬਰ ਇਸ ਭਗਵਾਨ ਨੂੰ ਹੀ ਕਹਿਣਾ ਬਣਦਾ ਹੈ। ਜਾ ਸਮਿਆ ਕਹੋ ਕਹਿਤ ਬਣੇ, ਇਸ ਦੇ ਬਰਾਬਰ ਦੱਸੋ ਕਹੋ ਕਿਸ ਨੂੰ ਕਹਿਣਾ ਬਣਦਾ ਹੈ। ਭਾਵ ਕਿਸ ਨੂੰ ਵੀ ਕਹਿਣਾ ਨਹੀਂ ਬਣਦਾ, ਸਾਰੇ ਭਗਵਾਨ ਤੋਂ ਨੀਵੇਂ ਹੀ ਹਨ। ਸਗਲ ਪਦਾਰਥ ਜਗ ਕੇ ਪੁੰਚੇ, ਸਾਰੇ ਸੰਸਾਰ ਦੇ ਪਦਾਰਥਾਂ ਨੂੰ ਭੋਗਣਾ ਕੀਤਾ ਏ। ਤ੍ਰਿਪਤ ਨਾ ਪਾਇਓ ਕੋ ਤੁਨੇ, ਤੂੰ ਮਨ ਕਰਕੇ ਤ੍ਰਿਪਤੀ ਨਹੀਂ ਪਾਉਣਾ ਕੀਤੀ। ਮਨਾ ਸੰਸਾਰ ਦੇ ਪਦਾਰਥ ਤੂੰ ਭੋਗ ਲਏ ਪਰ ਤੂੰ ਤ੍ਰਿਪਤੀ ਨਹੀਂ ਪਾਉਣਾ ਕੀਤੀ। ਵੱਡੀ ਆਰਜਾ ਆਸਰੀ ਵਾਪਸੋਂ, ਤੇਰੀ ਉਮਰ ਬੜੀ ਵੱਡੀ ਹੈ। ਦੰਤਾਂ ਵਾਲਾ ਤੇਰਾ ਸਰੀਰ ਹੈ। ਇਹ ਦੰਤਾਂ ਵਾਲੇ ਸਰੀਰ ਨੂੰ ਪਾ ਕਰਕੇ ਇਹ ਸਰੀਰ ਨਾਲ ਤੂੰ ਵੱਡੀ ਉਮਰ ਭੋਗੀ ਹੈ। ਰਾਜ੍य ਤ੍ਰੈ ਲੋਕ ਸੁਖ ਸਕਲ ਸਨੇ, ਹਾਂ ਤੂੰ ਤਿੰਨਾਂ ਲੋਕਾਂ ਦੇ ਵਿੱਚ ਰਾਜ්‍ය ਸ਼ੋਭਾ ਪਾਈ ਹੈ। ਤਿੰਨਾਂ ਲੋਕਾਂ ਦਾ ਤੂੰ ਰਾਜ੍य ਰਾਜਾ ਬਣਿਆ ਹੈ। ਰਾਜ ਭਾਗ ਭੋਗਿਆ ਹੈ। ਸਾਰੇ ਲੋਕਾਂ ਦੇ ਸੁੱਖਾਂ ਦੇ ਸਮੇਤ ਤੂੰ ਰਾਜ ਨੂੰ ਭੋਗਣਾ ਕੀਤਾ ਹੈ। ਤਿੰਨਾਂ ਲੋਕਾਂ ਦੇ ਰਾਜ ਨੂੰ ਸਾਤ ਨਾ ਭਈ ਆਜ ਲਾ ਇੰਦਰੀਅਨ, ਹਾਂ ਮਨਾ ਤੇਰੀਆਂ ਇੰਦਰੀਆਂ ਨੂੰ ਅੱਜ ਤੱਕ ਸ਼ਾਂਤੀ ਨਹੀਂ ਆਈ। ਥੋੜੇ ਵਿਸ਼ੇ ਭੋਗੇ ਨੇ ਇੰਦਰੀਆਂ ਨਾਲ, ਪਰ ਇੰਦਰੀਆਂ ਤੇਰੀਆਂ ਅਜੇ ਵੀ ਨਹੀਂ ਰੱਜੀਆਂ। ਅਜੇ ਵੀ ਵਿਸ਼ਿਆਂ ਨੂੰ ਵੇਖ ਕਰਕੇ ਤੇਰੀਆਂ ਇੰਦਰੀਆਂ ਤਣ ਜਾਂਦੀਆਂ ਨੇ। ਨਿਤ ਨੂਤਨ ਰੁਚ ਚਾਹ ਕਨੇ, ਹਾਂ ਨਿਤਾ ਹੀ ਤੇਰੇ ਮਨ ਵਿੱਚ ਨਵੀਂ ਹੀ ਚਾਹਨਾ ਬਣੀ ਰਹਿੰਦੀ ਹੈ। ਜਿਵ ਜਿਵ ਖੀਨ ਅਵਸਥਾ ਹੋਵਤ, ਹਾਂ ਜਿਵੇਂ ਜਿਵੇਂ ਸਰੀਰ ਤੇਰਾ ਕਮਜ਼ੋਰ ਹੋਈ ਜਾਂਦਾ ਏ, ਤਿਮ ਤਿਮ ਨਾਉਤਨ ਚਾਹ ਬਨੇ, ਤਿਵੇਂ ਤਿਵੇਂ ਤੇਰੀ ਨਵੀਂ ਹੀ ਚਾਹਨਾ ਬਣੀ ਆਉਂਦੀ ਹੈ। ਮਨ ਮਤੰਗ ਆਸਕਤ ਨਾ ਹੋਵਤ, ਬੀਰਜਨਾਥ ਕਹਿੰਦਾ ਮਨਾ ਤੂੰ ਹਾਥੀ ਹੈ। ਹਾਥੀ ਵਾਂਗ ਤੂੰ ਆਸਕਤ ਨਿਰਬਲ ਨਹੀਂ ਹੁੰਦਾ ਪਿਆ, ਕਮਜ਼ੋਰ ਨਹੀਂ ਹੁੰਦਾ ਪਿਆ। ਸਰੀਰ ਕਮਜ਼ੋਰ ਹੋ ਗਿਆ ਏ ਪਰ ਮਨਾ ਤੂੰ ਕਮਜ਼ੋਰ ਨਹੀਂ ਹੁੰਦਾ ਪਿਆ। ਵਿਸੈ ਹਸਤਨੀ ਜੀਤੋ ਸੰਛਨੇ, ਹਾਂ ਭਾਵੇਂ ਛਿਨ ਮਾਤਰ ਸਮੇਂ ਵਿੱਚ ਹੀ ਵਿਸ਼ਿਆਂ ਰੂਪੀ ਹਸਤਨੀ ਨੇ ਮਨ ਰੂਪੀ ਹਾਥੀ ਨੂੰ ਜਿੱਤ ਲੈਣਾ ਕੀਤਾ ਹੈ। ਮਨਾ ਭਾਵੇਂ ਵਿਸ਼ੇ ਰੂਪੀ ਹਸਤਨੀ ਨੇ ਛਿਨ ਮਾਤਰ ਸਮੇਂ ਵਿੱਚ ਹੀ ਤੈਨੂੰ ਜਿੱਤ ਲੈਣਾ ਕੀਤਾ ਹੈ, ਪਰ ਤੂੰ ਫਿਰ ਵੀ ਕਮਜ਼ੋਰ ਨਹੀਂ ਹੁੰਦਾ, ਤੂੰ ਢਹਿੰਦਾ ਨਹੀਂ ਪਿਆ। ਵਿਸ਼ਿਆਂ ਰੂਪੀ ਹਥਨੀ ਨੇ ਤੈਨੂੰ ਜਿੱਤ ਕਰਕੇ ਛਾਨਣੀ ਕਰ ਦਿੱਤਾ ਏ, ਕਮਜ਼ੋਰ ਕਰ ਦਿੱਤਾ ਏ, ਪਰ ਮਨਾ ਤੇਰਾ ਮਨੋਬਲ ਕਮਜ਼ੋਰ ਨਹੀਂ ਹੁੰਦਾ ਪਿਆ। ਅਲਪ ਸੁਖ ਅਨਿਤ ਮਾਇਆ ਛਲ, ਹਾਂ ਅਲਪ ਸੁਖ ਦੇ ਪਿੱਛੇ ਭੱਜਿਆ ਫਿਰਦਾ ਏ। ਝੂਠੀ ਮਾਇਆ ਨੇ ਤੈਨੂੰ ਛਲ ਲੈਣਾ ਕੀਤਾ ਏ ਮਨਾ। ਸਵਪਨ ਸਮਗਰੀ ਜਨ ਬਨੇ, ਹਾਂ ਸੁਪਨੇ ਵਾਂਗ ਇਹ ਜੋ ਸਾਰੀ ਸਮਗਰੀ ਹੈ ਇਹ ਬਣੀ ਹੋਈ ਜਾਨੋ ਜਾਣਨਾ ਕਰ। ਹੋਸ਼ੇ ਮਦ ਬਿਥਿਆ ਕਹਿ ਤਾਜਰੇ, ਹੋਸ਼ੇ ਚੰਚਲ ਮਨਾ ਮਿਥਿਆ ਝੂਠੀ ਮਾਇਆ ਦੇ ਮਦ ਹੰਕਾਰ ਨੂੰ ਛੱਡਣਾ ਕਰ। ਸਾਚ ਪਦਾਰਥ ਪਾਰ ਬ੍ਰਹਮ ਜਨੇ, ਹਾਂ ਸੱਚਾ ਪਦਾਰਥ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਜਾਣਨਾ ਕਰ। ਆਤਮ ਲਾਭ ਸਮ ਸੁਖ ਨਾ ਦੂਜੋ, ਆਤਮਾ ਦੀ ਪ੍ਰਾਪਤੀ ਦੇ ਸਮਾਨ ਸੰਸਾਰ ਦੇ ਵਿੱਚ ਦੂਜਾ ਲਾਭ ਤੇ ਸੁਖ ਨਾ ਜਾਣਨਾ ਕਰ। ਏਕ ਸਰਬਦਾ ਏਕ ਸਨੇ, ਹਾਂ ਇੱਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਸਾਰਿਆਂ ਵਿੱਚ ਸਮਾਇਆ ਹੋਇਆ ਹੈ ਤੇ ਉਹ ਸਦਾ ਹੀ ਇੱਕ ਹੈ। ਇਸ ਤਰੀਕੇ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਜਾਣਨਾ ਕਰ। ਇੱਕ ਸਰਬਦਾ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਸਰਬਦਾ ਸਦਾ ਹੀ ਰਹਿਣੇ ਵਾਲਾ ਹੈ। ਤੇ ਇੱਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਨੇ ਨਾਲ ਆਪਣੇ ਆਪ ਨੂੰ ਜਾਣਨਾ ਕਰ। ਏਕਸ ਨੇ ਸਾਰਿਆਂ ਨੂੰ ਪੈਦਾ ਕੀਤਾ ਹੈ ਤੇ ਇੱਕ ਹੀ ਸਰਬਦਾ ਸਾਰਿਆਂ ਨੂੰ ਦੇਣ ਵਾਲਾ ਹੈ।
ਇਸ ਤਰੀਕੇ ਨਾਲ ਜਾਣਨਾ ਕਰ। ਜਾਂ ਤੇ ਏਕਸ ਨੇ ਇਹ ਦੂਆ ਪਾਠ ਸਮਝਣਾ ਹੈ। ਜਾਂ ਤੇ ਇਹੀ ਬਿਉਂਤ ਹੈ ਆਸ਼ੋ। ਹਾਂ, ਇਸ ਲਈ ਮਨਾ ਇਹੀ ਬਿਉਂਤ ਰੰਗ ਢੰਗ ਸੱਚਾ ਤੇ ਚੰਗਾ ਹੈ। ਲੋਕ ਪਰਲੋਕ ਦੋ ਸੁਧਰੇ। ਲੋਕ ਤੇ ਪ੍ਰਲੋਕ ਤੇਰੇ ਦੋਨੋਂ ਹੀ ਸੁਧਰ ਜਾਣਗੇ। ਜਾਂ ਕਹੋ ਰੂਪ ਹਿਰਦੈ ਮਹਿ ਧਾਰ ਕਰ। ਹਾਂ, ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਰੰਗ ਹਿਰਦੇ ਵਿੱਚ ਧਾਰ ਕਰਕੇ ਜੋਜ ਮਰੋਂ ਸਭ ਕਾਜ ਸਰੇ। ਹਾਂ, ਮੈਂ ਜੂਝ ਮਰਾਂਗਾ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਰੂਪ ਮਨਾ ਹਿਰਦੇ 'ਚ ਧਾਰ ਕਰਕੇ ਤੇ ਸਾਰੇ ਮੇਰੇ ਕਾਰਜ ਸੌਰ ਜਾਣਗੇ। ਹਾਂ ਹੂੰ ਕਰਹੁ ਉਸਤਤ ਕਛ ਜਾ ਕੀ। ਹੁਣ ਮੈਂ ਉਸ ਭਗਵਾਨ ਦੀ ਜਿਹਦੇ ਨਾਲ ਮੈਂ ਯੁੱਧ ਕਰਦਾ ਰਿਹਾ ਉਹਦੀ ਥੋੜੀ ਜੀ ਉਸਤਤ ਕਰਾਂਗਾ। ਚਿਤ ਉਮਗਿਓ ਹੈ ਸਰਨ ਪਰੋ। ਮੇਰੇ ਚਿੱਤ ਵਿੱਚ ਉਤਸ਼ਾਹ ਆਇਆ ਵੀ ਉਸ ਭਗਵਾਨ ਦੀ ਸ਼ਰਨ ਦੇ ਵਿੱਚ ਪਰੋ ਪੈਣਾ ਕਰਾਂ। ਸਰਨ ਨੰਨੇ ਨੂੰ ਸਿਹਾਰੀ ਹੈ, ਦੇ ਵਿੱਚ ਦੇ ਅਰਥ ਵਿੱਚ ਲੱਗੀ ਹੈ। ਸਕਲ ਵਿਸ਼ਵ ਬੰਦ ਹੈ ਜਾਂ ਕਹੋ। ਸਾਰਾ ਸੰਸਾਰ ਜਿਸ ਭਗਵਾਨ ਨੂੰ ਮੱਥਾ ਟੇਕਦਾ ਹੈ। ਹਾਹੂ ਬੰਦਹ ਆਦ ਗੁਰੂ। ਹਾਂ, ਜੋ ਸਾਰੇ ਸੰਸਾਰ ਦਾ ਆਦ ਕਹੀਏ ਪਹਿਲਾ, ਗੋ ਅਗਿਆਨਤਾ ਦੇ ਅੰਧੇਰੇ ਨੂੰ ਕੱਟ ਕੇ ਰੋਹ ਪ੍ਰਕਾਸ਼ ਕਰਨੇ ਵਾਲਾ ਗੁਰੂ ਹੈ, ਉਸ ਨੂੰ ਮੈਂ ਮੱਥਾ ਟੇਕਦਾ ਹਾਂ। ਜਾਂ ਉਸ ਨੂੰ ਮੈਂ ਮੱਥਾ ਟੇਕਾਂ ਜਿਹੜਾ ਸਾਰੇ ਸੰਸਾਰ ਦਾ ਪਹਿਲਾ ਗੁਰੂ ਹੈ, ਜੋ ਅਗਿਆਨਤਾ ਦਾ ਅੰਧੇਰਾ ਕੱਟਦਾ ਏ। ਪੜਾਉਣ ਵਾਲੇ ਤੇ ਬਥੇਰੇ ਤੁਰੇ ਫਿਰਦੇ ਨੇ, ਅਗਿਆਨਤਾ ਦਾ ਅੰਧੇਰਾ ਕੱਟਣ ਵਾਲਾ ਜੋ ਵਾਹਿਗੁਰੂ ਹੀ ਗੁਰੂ ਹੈ, ਉਸ ਨੂੰ ਮੈਂ ਮੱਥਾ ਟੇਕਦਾ ਹਾਂ। ਬਿਸ਼ਨ ਪਾਦ ਜਬਲੀ ਧਾਰ ਬੀਰਜ ਨਾਦ ਬਾਚ। ਬੀਰਜਨਾਥ ਨੇ ਹੁਣ ਭਗਵਾਨ ਦੀ ਉਸਤਤ ਕਰਨੀ ਪ੍ਰਾਰੰਭ ਕੀਤੀ ਹੈ। ਆਓ ਪ੍ਰੇਮ ਦੇ ਨਾਲ ਸਰਵਣ ਕਰੋ ਜੀ। ਭਲੋ ਰਹੱਸ ਕੀਨੋ ਜਗ ਬੰਦਨ। ਹੇ ਜਗਤ ਪੂਜਨੀਕ, ਬਹੁਤੀ ਤੂੰ ਖੁਸ਼ੀ ਕਰਨਾ ਕੀਤੀ ਹੈ ਚੰਗੀ ਮੇਰੇ ਜੀਵਨ ਵਿੱਚ। ਦਾਰਨ ਸਮਰ ਭਲ ਠਾਠ ਠਠਿਓ। ਮੇਰੇ ਉੱਪਰ ਕਿਰਪਾ ਕੀਤੀ ਹੈ ਜੋ ਮੇਰੇ ਨਾਲ ਬਹੁਤਾ ਹੀ ਭਲਾ ਭਿਆਨਕ ਯੁੱਧ ਤੂੰ ਆਰੰਭ ਕਰਕੇ ਤੇ ਐਸੇ ਠਾਠ ਬਾਠ ਦੇ ਨਾਲ ਯੁੱਧ ਕਰਨਾ ਕੀਤਾ। ਇਹ ਯੁੱਧ ਵਾਲਾ ਠਾਠ ਤੂੰ ਠਠਿਓ ਆਰੰਭਣਾ ਕੀਤਾ। ਭਲਾ ਚੰਗਾ ਤੂੰ ਮੇਰੇ ਉੱਪਰ ਬੜੀ ਕਿਰਪਾ ਕੀਤੀ ਜੋ ਮੇਰੇ ਗਰੀਬ ਨਾਲ ਤੂੰ ਯੁੱਧ ਕਰਨ ਵਾਸਤੇ ਆਇਆ ਏ। ਇਹ ਤੇ ਇਦਾਂ ਏ ਕਿ ਜਿਵੇਂ ਨਿਆਣੇ ਦੇ ਨਾਲ ਚੰਗਾ ਗੱਤਕੇ ਦਾ ਖਿਡਾਰੀ ਆ ਕੇ ਗੱਤਕਾ ਖੇਡਦਾ ਪਿਆ ਹੋਵੇ, ਨਿਆਣੇ ਤੇ ਕਿਰਪਾ ਕਰਕੇ। ਮੋਹ ਸੰਗ ਸਮਰ ਖੇਲ ਰੁਚ ਮਾਂਡਿਓ। ਹਾਂ, ਮੇਰੇ ਉੱਪਰ ਕਿਰਪਾ ਕਰਕੇ ਜੰਗ ਦਾ ਖੇਲ ਤੂੰ ਆਪਣੀ ਰੁਚੀ ਦੇ ਨਾਲ ਮਾਂਡਿਓ ਸ਼ੁਰੂ ਕਰਨਾ ਕੀਤਾ ਏ। ਬਾਲ ਬਿਨੋਦ ਸੋ ਜੁੱਧ ਮਚਿਓ। ਮੈਨੂੰ ਤੇ ਇਦਾਂ ਜਾਪਦਾ ਏ ਜਿਵੇਂ ਬਾਲਕ ਦੀ ਖੁਸ਼ੀ ਵਾਸਤੇ, ਮੈਨੂੰ ਬਾਲਕ ਨੂੰ ਖੁਸ਼ ਕਰਨ ਵਾਸਤੇ ਮੇਰੇ ਨਾਲ ਉੱਤਮ ਯੁੱਧ ਤੂੰ ਮਚਾਉਣਾ ਕੀਤਾ ਏ। ਬਸੁਦਾ ਸਕਲ ਬਨੀ ਸ਼ਿਤ ਆਹਵ। ਮੇਰੇ ਵੱਡੇ ਭਾਗ ਨੇ, ਸਾਰੀ ਧਰਤੀ ਮੇਰੇ ਲਈ ਯੁੱਧ ਦਾ ਮੈਦਾਨ ਬਣੀ ਹੈ। ਬਦ ਚੌਗਾਨ ਬਿਸਵ ਸਮਰ ਰਚਿਓ। ਬਦ ਬੁਰਾ ਚੌਗਾਨ ਦੇ ਖੇਡ ਵਰਗਾ ਸਾਰੇ ਸੰਸਾਰ ਦੇ ਵਿੱਚ ਸਮਰ ਯੁੱਧ ਰਚਿਓ ਕਰਨਾ ਕੀਤਾ ਹੈ। ਤੇ ਬਦ ਮੈਨੇ ਮਿੱਥ ਕਰਕੇ ਚੌਗਾਨ ਦੇ ਖੇਡ ਵਰਗਾ ਸਮਰ ਵਿਸ਼ਵ ਸੰਸਾਰ ਦੇ ਵਿੱਚ ਸਮਰ ਯੁੱਧ ਮੇਰੇ ਨਾਲ ਰਚਨਾ ਕੀਤਾ ਏ। ਸੰਸਾਰ ਦੀ ਪ੍ਰਲੈ ਕਰਕੇ ਮੇਰੇ ਨਾਲ ਤੂੰ ਯੁੱਧ ਰਚਿਆ ਏ। ਚੌਗਾਨ ਦੇ ਖੇਡ ਵਰਗਾ ਬਦ ਕਹੀਏ ਬੁਰਾ। ਦਾਵ ਕਾਵ ਬਹੁ ਬਿਦ ਸੇ ਖੇਲਿਓ। ਹੇ ਭਗਵਾਨ ਜੀ, ਮੇਰੇ ਨਾਲ ਬਹੁਤੇ ਦਾ ਘਾ ਕਰਕੇ ਬਹੁਤੀਆਂ ਵਿਧੀਆਂ ਨਾਲ ਮੇਰੇ ਨਾਲ ਤੁਸਾਂ ਨੇ ਯੁੱਧ ਵਿੱਚ ਖੇਡਾਂ ਖੇਡਣੀਆਂ ਕੀਤੀਆਂ ਨੇ। ਸਖਾ ਸੁਭਟ ਕੈ ਸੰਗ ਰਸਿਓ। ਹਾਂ, ਹੇ ਮਹਾਰਾਜ ਜੀ, ਮੇਰੇ ਤੇ ਬੜੀ ਕਿਰਪਾ ਕੀਤੀ ਹੈ। ਮੇਰੇ ਨਾਲ ਤੁਸਾਂ ਨੇ ਸਖਾ ਭਾਈਆਂ ਵਾਲਾ ਵਰਤਾਰਾ ਕਰਕੇ ਸਖਾ ਰਸ ਵੀ ਲੈਣਾ ਕੀਤਾ ਏ ਤੇ ਸੂਰਮਿਆਂ ਵਾਲਾ ਵਰਤਾਰਾ ਕਰਕੇ ਮੇਰੇ ਨਾਲ ਸੁਭਟ ਰਸ ਵੀ ਲੈਣਾ ਕੀਤਾ ਏ। ਮੈਨੂੰ ਦਾਸ ਬਣਾ ਕੇ ਵੀ ਤੁਸਾਂ ਨੇ ਨਵਾਜਿਆ ਏ ਤੇ ਮੈਨੂੰ ਸਖਾ ਰਸ ਵੀ ਦਿੱਤਾ ਏ ਤੇ ਸੂਰਮਾ ਬਣ ਕੇ ਮੇਰੇ ਨਾਲ ਯੁੱਧ ਵੀ ਕੀਤਾ ਏ ਤੇ ਮੈਨੂੰ ਸੁਭਟ ਰਸ ਵੀ ਦਿੱਤਾ ਏ। ਕਿਉਂਕਿ ਦੋ ਤਰ੍ਹਾਂ ਦੇ ਰਸ ਹੁੰਦੇ ਨੇ। ਇੱਕ ਹੁੰਦਾ ਏ ਵੀ ਦਾਸ ਰਸ, ਸੇਵਕ ਬਣਾ ਕੇ ਉਹਦੇ ਤੇ ਕਿਰਪਾ ਕਰਨੀ, ਉਹਨੂੰ ਸੇਵਕ ਵਾਲਾ ਰਸ ਦੇਣਾ। ਇੱਕ ਹੁੰਦਾ ਏ ਸੁਭਟ ਰਸ, ਜਿਵੇਂ ਆਮ ਕਹਿੰਦੇ ਆ ਨਾ, ਆ ਯੁੱਧ ਦੇ ਮੈਦਾਨ ਵਿੱਚ ਤੈਨੂੰ ਯੁੱਧ ਦਾ ਰਸ ਦਵਾਂ,
ਯੁੱਧ ਦਾ ਰਸ ਵੀ ਦਿੱਤਾ ਏ, ਸੂਰਮਾ ਬਣ ਕੇ ਮੈਨੂੰ ਦਿਖਾਇਆ ਏ, ਮੇਰੇ ਨਾਲ ਯੁੱਧ ਦੀ ਖੇਡ ਵੀ ਖੇਡਣਾ ਕੀਤੀ ਹੈ। ਤੇ ਰਸਿਓ ਫਾਰਸੀ ਵਿੱਚ ਮਿਲਣ ਨੂੰ ਵੀ ਕਹਿੰਦੇ ਨੇ। ਸਖਾ ਸੁਭਟ ਕੈ ਸੰਗ ਰਸਿਓ, ਹੇ ਭਗਵਾਨ ਉੱਤਮ ਯੋਧਿਆਂ ਰੂਪ ਮਿੱਤਰਾਂ ਨਾਲ ਤੂੰ ਜਿਵੇਂ ਮਿਲੀਦਾ ਹੈ, ਇਸ ਤਰੀਕੇ ਨਾਲ ਮੈਨੂੰ ਮਿਲਣਾ ਕੀਤਾ ਹੈ। ਐਸਾ ਹਰਨਾਮਦਾਸ ਉਦਾਸ ਸਿੰਘ ਜੀ ਨੇ ਵੀ ਅਰਥ ਮੰਨਿਆ ਹੈ। ਮੁੱਖ ਅਰਥ ਇਹੀ ਹੈ ਕਿ ਮੈਨੂੰ ਸਖਾ ਰਸ ਵੀ ਦਿੱਤਾ ਏ ਤੇ ਸੂਰਮਾ ਬਣ ਕਰਕੇ ਮੈਨੂੰ ਸੁਭਟ ਰਸ ਵੀ ਦੇਣਾ ਕੀਤਾ ਏ। ਸਖਾ ਵਾਂਗ ਵੀ ਤੇ ਸੁਭਟਾਂ ਵਾਂਗ ਵੀ ਮੇਰੇ ਨਾਲ ਸੰਗ ਕਰਕੇ ਦੋਨੋਂ ਹੀ ਰਸਿਓ ਰਸ ਮੈਨੂੰ ਦੇਣਾ ਕੀਤੇ ਨੇ। ਚਾਰਨ ਸਿੱਧ ਗੰਧਰਵ ਵਿਦਿਆ ਧਰ। ਹਾਂ, ਚਾਰਨ ਭੱਟ ਸਿੱਧ ਤੇ ਗੰਧਰਵ ਤੇ ਵਿਦਿਆ ਧਰ ਜਿੰਨੇ ਵੀ ਹਨ। ਮੁਨ ਸੁਰੇਸ਼ ਸੁਰ ਬ੍ਰਿੰਦ ਜੁਟੈ। ਮਹਾਰਾਜ ਮੁਨੀ ਇੰਦਰ ਦੇਵਤੇ ਸਾਰੇ ਮੇਰੇ ਨਾਲ ਜੁਟੇ ਹਨ। ਸਕਲ ਸਮਾਜ ਸਾਜ ਆਹਵ ਰਚ। ਹਾਂ, ਸਾਰਿਆਂ ਨੇ ਆਪਣਾ ਸਾਜੋ ਸਮਾਨ ਸਾਜ ਕੇ ਯੁੱਧ ਦਾ ਮੈਦਾਨ ਰਚ ਕਰਕੇ। ਵਿਸਵ ਭਾਂਤ ਸੋ ਸਮਰ ਗੱਠੈ। ਹਾਂ, ਵਿਸਵ ਸਾਰਿਆਂ ਭਾਂਤ ਤਰੀਕਿਆਂ ਸੋ ਨਾਲ ਮੇਰੇ ਨਾਲ ਆਪ ਜੀ ਸਮਰ ਯੁੱਧ ਗੱਠੇ ਕਰਦੇ ਪਏ ਹੋ। ਗੱਠੇ ਇਕੱਠਿਆਂ ਕਰਕੇ ਸਾਰਿਆਂ ਨੂੰ ਮੇਰੇ ਨਾਲ ਆਪ ਜੀ ਤੇ ਸਾਰੇ ਯੁੱਧ ਕਰਦੇ ਪਏ ਹਨ। ਬ੍ਰਹਮਾਦਿਕ ਰੁਦਰਾਦਿਕ ਸੁਰਗਨ। ਹਾਂ, ਬ੍ਰਹਮਾ ਆਦਿਕ ਸ਼ਿਵ ਜੀ ਆਦਿਕ ਜਿੰਨੇ ਵੀ ਦੇਵਤੇ ਨੇ ਸਾਰੇ ਇਕੱਠੇ ਹੋ ਕੇ ਸਾਰਿਆਂ ਰੰਗਾਂ ਢੰਗਾਂ ਦੇ ਨਾਲ ਸਮਰ ਯੁੱਧ ਗੱਠੇ ਕਰਦੇ ਪਏ ਨੇ ਮੇਰੇ ਨਾਲ। ਜਸ਼ ਆਦ ਲੈ ਯੁੱਧ ਮੰਡੈ। ਦਛਾਂ ਆਦਿਕਾਂ ਨੂੰ ਨਾਲ ਲੈ ਕੇ ਤੁਸਾਂ ਨੇ ਯੁੱਧ ਆਰੰਭਣਾ ਕੀਤਾ ਏ। ਦੇਵ ਦੈਤ ਤੇ ਆਦ ਦਾਰੁਣ ਬਪ। ਦੇਵਤੇ ਦੈਂਤ ਹੋਰ ਬਹੁਤੇ ਭਿਆਨਕ ਰੂਪ ਧਾਰ ਕਰਕੇ। ਮਹਾਕਾਏ ਬਲ ਪ੍ਰਬਲ ਰਚੈ। ਮਹਾਕਾਏ ਵੱਡਾ ਸਰੀਰ ਸਰਬਲੋ ਦਾ ਧਾਰ ਕੇ ਪ੍ਰਬਲ ਮੈਨੇ ਮਹਾਨ ਬਲ ਕਹੀਏ ਬਲੀਆਂ ਵਾਲਾ ਰੂਪ ਧਾਰ ਕੇ ਤੁਸਾਂ ਨੇ ਮੇਰੇ ਨਾਲ ਯੁੱਧ ਰਚਨਾ ਕੀਤਾ ਏ। ਪ੍ਰਬਲ ਵਿਸ਼ੇਸ਼ ਬਲ ਵਾਲਾ ਬਲੀ ਰੂਪ ਧਾਰ ਕੇ ਮੇਰੇ ਨਾਲ ਤੁਸਾਂ ਨੇ ਯੁੱਧ ਰਚਨਾ ਕੀਤਾ, ਆਰੰਭਣਾ ਕੀਤਾ ਏ। ਦੀਰਘ ਯੁੱਧ ਕਲਪ ਲਾ ਕੀਨਾ। ਮਹਾਰਾਜ ਮੈਂ ਵੀ ਲੰਮੇ ਕਲਪਾਂ ਤੱਕ ਤੁਹਾਡੇ ਨਾਲ ਯੁੱਧ ਕੀਤਾ ਏ, ਲੰਮਾ ਸਮਾਂ। ਭਾਂਤ ਭਾਂਤ ਕੋ ਸਮਰ ਰਚਿਆ। ਭਾਂਤਾਂ ਭਾਂਤਾਂ ਦੇ ਨਾਲ ਤੁਹਾਡੇ ਨਾਲ ਯੁੱਧ ਕਰਨਾ ਕੀਤਾ ਏ। ਚੱਚੇ ਦੇ ਪੈਰ ਵਿੱਚ य ਹੈ, ਇਹਨੂੰ ਰਚਿਆਓ, ਇਸ ਤਰ੍ਹਾਂ ਉਚਾਰਨ ਕਰਨਾ ਏ। ਸੈਨ ਅਮਿਤ ਹੱਥ ਲੀਨ ਜਨੇਸ਼ਵਰ। ਇਹ ਜਨਾਂ ਦੇ ਮਾਲਕ ਆਪ ਨੇ ਮੇਰੀ ਬੇਅੰਤ ਸੈਨਾ ਮਾਰ ਕੇ ਉਹਨੂੰ ਨਿਹਾਲ ਕੀਤਾ ਏ। ਸਕਲ ਸਮਾਜ ਮਮ ਹਤਨ ਕਰਿਆ। ਮੇਰੇ ਸਾਰੇ ਹੀ ਸਾਜੋ ਸਮਾਨ ਪਰਿਵਾਰ ਨੂੰ ਆਪ ਨੇ ਮਾਰਨਾ ਕੀਤਾ ਏ। ਪਰਲੈ ਸੰਗਰਾਮ ਦਾਰੁਣ ਆਕਰਖਨ। ਜਦੋਂ ਮੈਂ ਬਹੁਤੇ ਰੂਪ ਧਾਰ ਲੈਣਾ ਕੀਤੇ ਤੁਸਾਂ ਨੇ ਪ੍ਰਲੈ ਕਰਕੇ ਨਾ ਤੇ ਸਾਰੇ ਸੰਸਾਰ ਨੂੰ ਤੇ ਮੇਰੇ ਜਾਦੂ ਦੇ ਛਲ ਨੂੰ ਖਿੱਚ ਕੇ ਆਪਣੇ ਵਿੱਚ ਲੀਨ ਕਰ ਲਿਆ ਤੇ ਪ੍ਰਲੈ ਵਾਲਾ ਯੁੱਧ ਮਚਾ ਦੇਣਾ ਕੀਤਾ, ਬਹੁਤਾ ਹੀ ਭਿਆਨਕ। ਜਗ ਪਰਲੈ ਕਰ ਪੁੰਨ ਨਿਪਜਿਆ। ਹਾਂ, ਜਗਤ ਦੀ ਪ੍ਰਲੈ ਕਰਕੇ ਮੇਰੇ ਚੰਗੇ ਦੰਦ ਖੱਟੇ ਕੀਤੇ ਤੇ ਫਿਰ ਸੰਸਾਰ ਨੂੰ ਪੈਦਾ ਕੀਤਾ ਤੇ ਸੰਸਾਰ ਤੁਹਾਡੇ ਤੋਂ ਪੈਦਾ ਹੋ ਗਿਆ ਏ। ਤੁਮਰੀ ਮਹਿਮਾ ਤੁਮ ਹੀ ਜਾਣੋ। ਹੇ ਸਰਬਲੋ ਭਗਵਾਨ ਜੀ, ਆਪਣੀ ਮਹਿਮਾ ਨੂੰ ਆਪ ਹੀ ਜਾਣੋ। ਔਰਨ ਤੇ ਨਹਿ ਜਾਤ ਗਨਿਆ। ਹੋਰਨਾਂ ਤੋਂ ਤੁਹਾਡੀ ਮਹਿਮਾ ਗਣਿਓ ਵਿਚਾਰੀ ਨਹੀਂ ਜਾਂਦੀ। ਕੋਟ ਕੋਟ ਬ੍ਰਹਮੰਡ ਰੋਮ ਪ੍ਰਤ। ਹਾਂ, ਕਰੋੜਾਂ ਹੀ ਬ੍ਰਹਮੰਡ ਉਹਨਾਂ ਦੇ ਰੋਮ ਤੁਹਾਡੀ ਮਹਿਮਾ ਦੇ ਤਾਈ ਉਚਾਰਨ ਲੱਗ ਜਾਣ। ਲਾਗ ਰਹਿ ਪ੍ਰਭ ਬਪ ਅਗਨਿਆ। ਮਹਾਰਾਜ ਤੁਹਾਡੀ ਮਹਿਮਾ ਨੂੰ ਕਰਨ ਲਈ ਲੱਗੇ ਹੋਏ ਨੇ। ਕਰੋੜਾਂ ਹੀ ਬ੍ਰਹਮੰਡ ਨੇ, ਬ੍ਰਹਮੰਡਾਂ ਵਿੱਚ ਜਿੰਨੇ ਜੀਵ ਜੰਤੂ ਜੜ ਚੇਤਨ ਨੇ ਉਹ ਆਪਣੇ ਰੋਮ ਰੋਮ ਦੇ ਤਾਈ ਲਗਾ ਕੇ ਤੁਹਾਡੀ ਮਹਿਮਾ ਕਰਨ ਨੂੰ ਲੱਗੇ ਹੋਏ ਨੇ। ਹੇ ਮਹਾਰਾਜ, ਤੁਹਾਡਾ ਜਿਹੜਾ ਬਪ ਸਰੂਪ ਹੈ ਉਹ ਅਗਨਿਓ ਬੇਅੰਤ ਹੈ, ਉਹਦੀ ਮਹਿਮਾ ਕਿਸੇ ਤੋਂ ਵੀ ਪੂਰੀ ਆਖੀ ਨਹੀਂ ਜਾਂਦੀ। ਕਰੋੜਾਂ ਬ੍ਰਹਮੰਡਾਂ ਦੇ ਜਿੰਨੇ ਜੀਵ ਨੇ ਉਹਨਾਂ ਦੇ ਰੋਮਾਂ ਤੋਂ ਵੀ ਤੁਹਾਡੀ ਮਹਿਮਾ ਕਹੀ ਨਹੀਂ ਜਾਂਦੀ।
ਇੰਨੀ ਤੁਹਾਡੀ ਮਹਿਮਾ ਅਗਣਿਓ ਗਿਣਨ ਤੋਂ ਰਹਿਤ ਬੇਅੰਤ ਹੈ। ਲੀਲਾ ਥਾਰੀ ਜਾਤ ਨ ਲਿਖਿਆ। ਹੇ ਮਹਾਰਾਜ, ਤੁਹਾਡੀ ਲੀਲਾ ਜਿਹੜੀ ਹੈ ਉਹ ਲਿਖਿਆ ਲਿਖੀ ਨਹੀਂ ਜਾਂਦੀ, ਉਹਨੂੰ ਕੋਈ ਲਿਖ ਨਹੀਂ ਸਕਦਾ। ਇੱਥੇ ਪਾਠ ਗੁਰੂ ਖਾਲਸਾ ਜੀ ਲਿਖਿਆ, ਇਹ ਗਿਆਨੀ ਚੰਦਾ ਸਿੰਘ ਜੀ ਦੀ ਬੀੜ ਵਿੱਚ ਲਿਖਿਆ ਹੀ ਪਾਠ ਹੈ, ਮਾਤਾ ਜੀ ਦੀ ਬੀੜ ਵਿੱਚ ਲਖਿਆ ਪਾਠ ਹੈ। ਪਾਠ ਬੋਧ ਦੇ ਵਿੱਚ ਨਨਕਿਆਣੇ ਵਾਲੀ ਬੀੜ ਤੇ ਗੁਰਦੁਆਰਾ ਸ਼ਹੀਦੀ ਬਾਗ ਵਾਲੀ ਬੀੜ ਤੇ ਗੁਰੂ ਖਾਲਸਾ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਤੋਸ਼ੇ ਖਾਨੇ ਵਿੱਚ ਜੋ ਸੁਨਹਿਰੀ ਬੀੜ ਹੈ ਉਹਦੇ ਵਿੱਚ ਉਹ ਪਾਠ ਦੇਖਿਆ ਹੈ। ਉਹਦੇ ਵਿੱਚ ਵੇਖ ਕੇ ਲਿਖਿਆ ਪਾਠ ਗਿਆਨੀ ਸਿੰਘਾਂ ਨੇ ਸ਼ੁੱਧ ਮੰਨਿਆ ਸੀ। ਮਾਤਰਾ ਦੇ ਲਿਹਾਜ਼ ਨਾਲ ਵੀ ਉਹਨਾਂ ਬੀੜਾਂ 'ਚ ਲਿਖਿਆ ਪਾਠ ਸੀ। ਹੇ ਮਹਾਰਾਜ, ਤੁਹਾਡੀ ਮਹਿਮਾ ਲਿਖਿਆ ਲਿਖੀ ਨਹੀਂ ਜਾ ਸਕਦੀ। ਬ੍ਰਹਮਾਦਿਕ ਨਹਿ ਜਾਤ ਲਖਿਓ। ਬ੍ਰਹਮਾ ਆਦਿਕ ਦੇ ਕੋਲੋਂ ਤੁਹਾਡੀ ਮਹਿਮਾ ਨਹੀਂ ਲਿਖੀ ਜਾਂਦੀ। ਸ਼ੇਸ਼ ਸਾਰਦਾ ਨਾਰਦ ਰਿਖ ਗਨ। ਸ਼ੇਸ਼ ਨਾਗ ਸੁਰਸਤੀ ਨਾਰਦ ਤੇ ਰਿਖੀ ਗਨ। ਕਾਹੋ ਨ ਥਾਰੀ ਆਦ ਕਥਿਓ। ਕਿਸੇ ਨੇ ਵੀ ਤੁਹਾਡੀ ਮਹਿਮਾ ਨੂੰ ਮੁੱਢ ਤੋਂ ਨਹੀਂ ਕਹਿਣਾ ਕੀਤਾ। ਵਿਦਿਆ ਆਦ ਮਾਇਆ ਪ੍ਰਭ ਤੁਮਰੀ। ਮਹਾਰਾਜ, ਮਾਇਆ ਤੇ ਸਾਰੀਆਂ ਵਿਦਿਆ ਤੁਹਾਡੇ ਹੀ ਅਧੀਨ ਨੇ, ਤੁਹਾਡਾ ਅੰਤ ਨਹੀਂ ਪਾ ਸਕਦੀਆਂ। ਮਨ ਮਨਸਾ ਨਹਿ ਸਖਤ ਜਨਿਓ। ਮਨ ਮੇਰੀ ਮਨਸਾ ਬੁੱਧੀ ਵਿੱਚ ਸ਼ਕਤੀ ਨਹੀਂ ਹੈ ਤੁਹਾਨੂੰ ਜਾਣਨ ਦੀ। ਮਨ ਬਾਣੀ ਮਾਇਆ ਤੇ ਪਰ ਹੋ। ਮਹਾਰਾਜ, ਆਪਣੀ ਮਾਇਆ ਤੋਂ ਵੀ ਪਰੇ ਹੋ ਆਪ ਜੀ, ਤੇ ਮੇਰੀ ਮਨ ਬਾਣੀ ਦੀ ਤੇ ਕਿਆ ਗੱਲ ਹੈ। ਮੇਰੀ ਮਨ ਬਾਣੀ ਤੁਹਾਡੇ ਨੇੜੇ ਨਹੀਂ ਆ ਸਕਦੀ। ਮੇਰੇ ਮਨ ਬਾਣੀ ਤੋਂ ਆਪ ਜੀ ਪਰੇ ਹੋ। ਮਨ ਕਰਕੇ ਮੈਂ ਤੁਹਾਡੇ ਬਾਰੇ ਸੋਚ ਨਹੀਂ ਸਕਦਾ, ਬਚਨਾ ਕਰਕੇ ਤੁਹਾਡੇ ਬਾਰੇ ਕਹਿ ਨਹੀਂ ਸਕਦਾ। ਅਤ ਅਗਾਧ ਬੇਅੰਤ ਬਨਿਓ। ਹਾਂ, ਤੁਸੀਂ ਅਗਾਧ ਡੂੰਘੇ ਹੋ ਬਹੁਤ ਹੀ, ਤੇ ਬੇਅੰਤ ਸਰੂਪ ਤੁਹਾਡਾ ਬਣਿਆ ਏ। ਤੁਹਾਨੂੰ ਬੇਅੰਤ ਕਹਿਣਾ ਹੀ ਬਣ ਆਉਂਦਾ ਏ। ਅਗਮ ਨਿਗਮ ਮਹਿਮਾ ਤੁਐ ਗਾਵਤ। ਅਗਮ ਮੈਨੇ ਸ਼ਾਸਤਰ ਤੇ ਨਿਗਮ ਮੈਨੇ ਵੇਦ, ਉਹ ਵੀ ਤੁਹਾਡੀ ਮਹਿਮਾ ਨੂੰ ਗਾਉਂਦੇ ਪਏ ਨੇ। ਮਾਤਰਾ ਦੇ ਲਿਹਾਜ਼ ਨਾਲ ਇੱਥੇ ਤੁਐ ਪਾਠ ਬੋਲਣਾ ਏ, ਕਿਉਂਕਿ ਕਾਹਨ ਸਿੰਘ ਜੀ ਨਾਭਾ ਨੇ ਛੰਦ ਦਿਵਾਕਰ ਵਿੱਚ ਵੀ ਲਿਖਿਆ ਏ ਕਿ ਜਿੱਥੇ ਮਾਤਰਾ ਘਟਦੀਆਂ ਹੋਣ ਉੱਥੇ ਤੁਅ ਨੂੰ ਤੁਐ ਕਰਕੇ ਪੜ੍ਹ ਲਈਦਾ ਹੈ। ਉੱਥੇ ਦਲਾਵਾਂ ਆਪਣੇ ਕੋਲੋਂ ਲਾ ਲੈਂਦੇ ਨੇ। ਇਹ ਛੰਦ ਸ਼ਾਸਤਰ ਦੀ ਮਰਿਆਦਾ ਅਨੁਸਾਰ ਹੈ ਇਸ ਤਰ੍ਹਾਂ ਉਚਾਰਨ ਕਰਨਾ। ਸੋ ਵੇਦ ਤੇ ਸ਼ਾਸਤਰ ਵੀ ਤੁਹਾਡੀ ਮਹਿਮਾ ਨੂੰ ਗਾਉਂਦੇ ਪਏ ਨੇ। ਨੇਤ ਨੇਤ ਨਿਤ ਪ੍ਰਾਤ ਭਨਿਓ। ਹਾਂ, ਨੇਤ ਨੇਤ ਬੇਅੰਤ ਬੇਅੰਤ ਕਰਕੇ ਨਿਤਾ ਪ੍ਰਤੀ ਤੁਹਾਨੂੰ ਕਹਿੰਦੇ ਪਏ ਨੇ। ਕਿਸਹੋਂ ਤੇ ਨਹਿ ਜਾਤ ਲਖੇ ਪ੍ਰਭ। ਹੇ ਪ੍ਰਭੂ ਜੀ, ਤੁਹਾਡੀ ਮਹਿਮਾ ਕਿਸੇ ਤੋਂ ਵੀ ਕਿਸੇ ਪ੍ਰਕਾਰ ਜਾਣੀ ਨਹੀਂ ਜਾਂਦੀ। ਤੋਹੇ ਸਮ ਆਨ ਨਾ ਜਗਤ ਬਯੋ। ਤੁਹਾਡੇ ਸਮਾਨ ਸੰਸਾਰ ਦੇ ਵਿੱਚ ਹੋਰ ਕੋਈ ਦੂਜਾ ਨਹੀਂ ਹੈ। ਪੋਖਨ ਪਾਲਨ ਹਾਰ ਗੁਸਈਆ। ਹਾਂ, ਆਪ ਜੀ ਸੰਸਾਰ ਨੂੰ ਪੋਖਣ ਭਰਨ ਵਾਲੇ ਤੇ ਪਾਲਣ ਵਾਲੇ ਗੁਸਈਆ ਮਾਲਕ ਹੋ। ਆਦਮ ਕੀਟ ਤਵਾ ਸਰਨ ਪਇਓ। ਆਦਮ ਨੀਚ ਕੀਟ ਦਾਸ ਕੀੜੇ ਵਰਗਾ ਤੁਹਾਡੀ ਸ਼ਰਨ ਵਿੱਚ ਪਿਆ ਹੈ। ਧੰਨ 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 ਧਰਨੀ ਤਰ। ਮਨ ਕਰਕੇ ਤਨ ਕਰਕੇ ਬਾਣੀ ਕਰਕੇ ਕਹਿਣਾ ਧਰਤੀ ਨੂੰ ਧਰ ਆਸਰਾ ਦੇਣੇ ਵਾਲੇ ਆਪ ਜੀ ਧੰਨ ਹੋ। ਏਕ ਜੀਹ ਕਿਆ ਕਥਨ ਕਰੇ। ਬੀਰਜਨਾਦ ਕਹਿੰਦਾ, ਹੈ ਭਗਵਾਨ, ਇੱਕ ਜ਼ੁਬਾਨ ਨਾਲ ਤੁਹਾਡੇ ਜਸ ਨੂੰ ਮੈਂ ਕਿਆ ਕਥਨ ਕਰਾਂ। ਭੋਲ ਭਈ ਮੋਹ ਪਹਿ ਅਤ ਮੱਧਮ। ਹਾਂ, ਮ ਅਦਮ, ਮੈਂ ਬਹੁਤਾ ਅਦਮ, ਮੈਨੇ ਨੀਚ ਹਾਂ ਤੇ ਮੇਰੇ ਕੋਲੋਂ ਬਹੁਤੀ ਭੁੱਲ ਹੋਈ ਹੈ। ਕੀਓ ਅਪਰਾਧ ਅਨਜਾਨ ਅਰੇ। ਹਾਂ, ਮੈਂ ਅਪਰਾਧ ਕੀਤਾ ਅਣਜਾਣਪੁਰੇ ਵਿੱਚ ਤੁਹਾਡਾ ਅਰੇ ਵੈਰੀ ਬਣ ਕਰਕੇ। ਸ਼ਮੋ ਨਾਥ ਅਵਗੁਣ ਮੁਰ ਸਗਲੇ। ਹੇ ਨਾਥ, ਮੇਰੇ ਅਵਗੁਣਾਂ ਨੂੰ ਖਿਮਾ ਕਰ ਦੇਣਾ ਕਰੋ। ਪਾਹ ਪਾਹ ਤਵਾ ਸਰਨ ਪਰੇ। ਰੱਖ ਲਓ ਮੈਂ ਤੁਹਾਡੀ ਸ਼ਰਨ ਵਿੱਚ ਪਿਆ ਹਾਂ। ਅਖਿਲ ਬ੍ਰਹਮ ਅਨਾਦ ਅਨਾਹਦ। ਆਪ ਜੀ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲੇ ਬ੍ਰਹਮ ਹੋ, ਜਾਂ ਅਖਿਲ ਸਾਰਿਆਂ ਵਿੱਚ ਆਪ ਜੀ ਬ੍ਰਹਮ ਵਿਆਪਕ ਹੋ, ਸਾਰਿਆਂ ਵਿੱਚ ਸਮਾਏ ਹੋ। ਅਨਾਦ ਆਦ ਤੋਂ ਰਹਿਤ ਹੋ, ਹੱਦ ਬੰਨੇ ਤੋਂ ਰਹਿਤ ਹੋ। ਅਸ਼ਰ ਅਸ਼ੈ ਅਨਾਸ ਹਰੇ। ਅਸ਼ਰ ਛਲਨ ਤੋਂ ਰਹਿਤ ਹੋ, ਅਸ਼ੈ
ਨਾਸ਼ ਤੋਂ ਰਹਿਤ ਹੋ, ਅਨਾਸ ਨਾਸ ਤੋਂ ਰਹਿਤ ਹੋ, ਤੇ ਹਰੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹੋ। ਅਚੁੱਤ ਅਪਰ ਅਪਾਰ ਅਖੈ ਨਿਤ, ਆਪ ਜੀ ਅਚੁੱਤ ਅਡਿੱਗ ਹੋ, ਅਪਰ ਮਾਇਆ ਤੋਂ ਪਰੇ ਹੋ, ਅਪਾਰ ਪਾਰਾਵਾਰ ਤੋਂ ਰਹਿਤ ਹੋ, ਅਖੈ ਨਾਸ਼ ਤੋਂ ਰਹਿਤ ਹੋ, ਨਿਤਯ ਸਰੂਪ ਹੋ ਆਪ ਜੀ। ਦਿਆਲ ਅਪੈ ਅਭੇਦ ਪਰੇ, ਅਭੈ ਭੈ ਤੋਂ ਰਹਿਤ ਹੋ, ਦਿਆਲੂ ਹੋ, ਤੇ ਅਭੇਦ ਭੇਦ ਤੋਂ ਰਹਿਤ ਹੋ, ਤੇ ਮਾਇਆ ਦੀ ਕਾਲਖ ਤੋਂ ਆਪ ਜੀ ਪਰੇ ਹੋ। ਅਭੰਗ ਅਛੇਦ ਅਦੰਡ ਅਜੋਨੀ, ਅਭੰਗ ਨਾਸ਼ ਹੋਣ ਤੋਂ ਰਹਿਤ ਹੋ, ਅਛੇਦ ਕੱਟਣੇ ਤੋਂ ਰਹਿਤ ਹੋ, ਤੁਹਾਨੂੰ ਦੰਡ ਕੋਈ ਨਹੀਂ ਦੇ ਸਕਦਾ, ਜੂਨਾ ਤੋਂ ਰਹਿਤ ਹੋ। ਅਚਲ ਅਥਾਹ ਅਨਾਦ ਤੁਰੇ, ਚੱਲਣ ਤੋਂ ਰਹਿਤ ਹੋ, ਥਾ ਅੰਤ ਤੋਂ ਰਹਿਤ ਹੋ, ਆਦ ਤੋਂ ਰਹਿਤ ਹੋ, ਸਾਰੇ ਸੰਸਾਰ ਦਾ ਧੁਰਾ ਹੋ। ਅਸ਼ਲ ਅਤੁਲ ਅਤੋਲ ਅਨੂਪਮਮ, ਹਾਂ ਛਲਣ ਤੋਂ ਰਹਿਤ ਹੋ, ਅਤੁਲ ਤੋਲਣ ਤੋਂ ਰਹਿਤ ਹੋ, ਤੇ ਅਤੋਲ ਕਿਸੇ ਕੋਲੋਂ ਤੋਲੇ ਨਹੀਂ ਜਾ ਸਕਦੇ, ਅਤੁਲ ਤੁਹਾਡੇ ਬਰਾਬਰ ਕੋਈ ਨਹੀਂ, ਅਨੂਪਮ ਅਨਊਪਮ ਤੁਹਾਡੀ ਉਪਮਾ ਨਹੀਂ ਕੀਤੀ ਜਾ ਸਕਦੀ। ਅਖੰਡ ਅਖੇਦ ਅਕਾਮ ਹਰੇ, ਅਖੰਡ ਖੰਡਣੇ ਤੋਂ ਰਹਿਤ ਹੋ, ਅਖੇਦ ਦੁੱਖ ਤੋਂ ਰਹਿਤ ਹੋ, ਅਕਾਮ ਕਾਮਨਾ ਤੋਂ ਰਹਿਤ ਹੋ, ਸਾਰਿਆਂ ਨੂੰ ਹਰੇ ਨਾਸ਼ ਕਰਨੇ ਵਾਲੇ ਹੋ। ਅਮੋਗ ਅਰੂਪ ਅਜੂਨ ਅਮਰ ਨਿਤਯ, ਹਾਂ ਆਪ ਜੀ ਦੇ ਦਰਸ਼ਨ ਅਮੋਗ ਨੇ, ਇੱਕ ਵਾਰ ਆਪ ਜੀ ਦੇ ਦਰਸ਼ਨ ਕਰ ਲਈਏ ਸਾਰੇ ਪਾਪ ਖਤਮ ਹੋ ਜਾਂਦੇ ਨੇ। ਅਮੋਗ ਸਫਲੇ ਹੋ, ਅਰੂਪ ਰੂਪ ਤੋਂ ਰਹਿਤ ਹੋ, ਅਜੂਨੀ ਜੂਨਾ ਵਿੱਚ ਨਹੀਂ ਆਉਂਦੇ, ਅਮਰ ਮਰਨ ਤੋਂ ਰਹਿਤ ਨਿਤਯ ਸਰੂਪ ਹੋ। ਅਗ ਨਾਸਨ ਅਸੁਰਾਰ ਬਰੇ, ਹਾਂ ਅਗ ਪਾਪਾਂ ਨੂੰ ਨਾਸਨ ਖਤਮ ਕਰਨੇ ਵਾਲੇ ਹੋ, ਅਸੁਰ ਅਰੀ ਦੈਂਤਾਂ ਦੇ ਵੈਰੀ ਹੋ, ਤੇ ਬੜੇ ਸ੍ਰੇਸ਼ਟ ਹੋ ਆਪ ਜੀ। ਅਜਰ ਅਮਰ ਅਬਿਨਾਸੀ ਅਬ ਚਲ, ਅਜਰ ਜਰਨ ਤੋਂ ਰਹਿਤ ਹੋ, ਅਮਰ ਮਰਨ ਤੋਂ ਰਹਿਤ ਹੋ, ਅਬਿਨਾਸ਼ੀ ਨਾਸ਼ ਤੋਂ ਰਹਿਤ ਹੋ, ਅਬੇ ਚਲ ਚੱਲਣ ਤੋਂ ਰਹਿਤ ਹੋ। ਅਮੁੱਲ ਅਨੰਤ ਅਵਿਅਕਤ ਅਪੈ, ਹਾਂ ਤੁਹਾਡਾ ਮੁੱਲ ਨਹੀਂ ਹੈ ਕੋਈ ਵੀ, ਸੰਸਾਰ ਦੀਆਂ ਵਸਤੂਆਂ ਦਾ ਮੁੱਲ ਪੈ ਜਾਂਦਾ, ਤੁਸੀਂ ਮੁੱਲ ਤੋਂ ਰਹਿਤ ਹੋ, ਅਨ ਅੰਤ ਅੰਤ ਤੋਂ ਰਹਿਤ ਹੋ, ਅਵਿਅਕਤ ਵਿਅਕਤੀਗਤ ਤੋਂ ਰਹਿਤ ਹੋ, ਸਰੀਰ ਬਿਨਾ ਹੋ, ਅਭੈ ਡਰ ਤੋਂ ਬਿਨਾ ਹੋ, ਤੁਹਾਨੂੰ ਡਰ ਡੁੱਕਰ ਕਿਸੇ ਦਾ ਕੋਈ ਨਹੀਂ। ਅਰਾਗ ਅਰੰਗ ਅਰੇਖ ਅਪੇਖ, ਅਰਾਗ ਤੁਹਾਨੂੰ ਖੁਸ਼ੀ ਗਮੀ ਨਹੀਂ ਹੈ, ਤੇ ਅਰੰਗ ਰੰਗ ਤੋਂ ਰਹਿਤ ਹੋ, ਅਰੇਖ ਰੇਖਾ ਤੋਂ ਰਹਿਤ ਹੋ, ਹੱਥ ਵਿੱਚ ਰੇਖਾ ਕੋਈ ਨਹੀਂ, ਚੱਕਰ ਚੇਨ ਤੋਂ ਰਹਿਤ ਹੋ, ਅਭੇਖ ਭੇਖ ਕੋਈ ਨਹੀਂ ਤੁਹਾਡਾ। ਅਜੂਹ ਅਜੀਤ ਅਪੀਤ ਅਬੈ, ਹਾਂ ਅਜੂ ਜੂ ਕੋਈ ਨਹੀਂ, ਹੱਦ ਨਹੀਂ ਕੋਈ ਵੀ, ਸਾਰੇ ਥਾਵਾਂ ਤੇ ਵਿਆਪਕ ਹੋ। ਅਜੀਤ ਤੁਹਾਨੂੰ ਕੋਈ ਜਿੱਤ ਨਹੀਂ ਸਕਦਾ। ਅੱਜ ਈਤ ਈਤ ਨਾ ਅੱਜ ਨਾਮ ਬ੍ਰਹਮੇ ਦਾ ਹੈ, ਤੇ ਈਤ ਨਾਮ ਇੱਧਰ ਦਾ ਹੈ। ਬ੍ਰਹਮਾ ਵੀ ਤੁਹਾਡੀ ਪਦਵੀ ਤੋਂ ਇੱਧਰ ਹੀ ਹੈ, ਭਾਵੇਂ ਭਾਵ ਠਾਂ ਹੀ ਹੈ, ਬ੍ਰਹਮਾ ਵੀ ਤੁਹਾਡੇ ਤੁਲ ਨਹੀਂ ਹੈ। ਇਸੇ ਤਰ੍ਹਾਂ ਅਭੀਤ ਅਗਿਆਨਤਾ ਦੀ ਕੰਧ ਨਹੀਂ ਹੈ ਤੁਹਾਡੇ ਵਿੱਚ, ਭੀਤ ਨਾਮ ਕੰਧ ਦਾ ਹੈ, ਭੀਤ ਨਾਮ ਡਰ ਦਾ ਵੀ ਹੈ, ਡਰ ਤੋਂ ਵੀ ਰਹਿਤ ਹੋ। ਤੇ ਇਸੇ ਤਰ੍ਹਾਂ ਬੈ ਨਾਮ ਗੁਰੂ ਖਾਲਸਾ ਜੀ ਅੰਗਾਂ ਦਾ ਵੀ ਹੈ, ਅੰਗਾਂ ਤੋਂ ਰਹਿਤ ਹੋ। ਬੈ ਨਾਮ ਉਮਰ ਦਾ ਵੀ ਹੈ, ਉਮਰ ਤੋਂ ਰਹਿਤ ਹੋ। ਇਸੇ ਤਰ੍ਹਾਂ ਜਦੋਂ ਕੁੱਟਮਾਰ ਪਵੇ ਤੇ ਬੈ ਨਿਕਲ ਜਾਂਦੀ ਹੈ, ਬੈ ਬੈ ਵੱਡੇ ਵੱਡੇ ਕਰ ਉੱਠਦੇ ਨੇ। ਤੁਹਾਨੂੰ ਪਹਿਲੀ ਗੱਲ ਤੇ ਕੋਈ ਕੁੱਟ ਮਾਰ ਨਹੀਂ ਸਕਦਾ, ਫਿਰ ਤੁਹਾਡੀ ਕੋਈ ਬੈਂ ਬੈਂ ਨਹੀਂ ਕਢਾ ਸਕਦਾ। ਵਿਸ਼ੇਸ਼ ਕਰਕੇ ਸਾਰੇ ਸੰਸਾਰ ਦੀ ਤੁਸੀਂ ਬੈਂ ਬੈਂ ਕਢਾਉਣ ਵਾਲੇ ਹੋ। ਅਨਾਮ ਅਦੇਹ ਅਗੇਹ ਅਗਾਹ, ਹਾਂ ਅਨਾਮ ਨਾਮ ਤੋਂ ਰਹਿਤ ਹੋ। ਅਨ ਆਮ ਆਮ ਨਾਮ ਰੋਗ ਦਾ ਏ, ਤੁਹਾਨੂੰ ਰੋਗ ਕੋਈ ਨਹੀਂ ਹੈ। ਆਮ ਨਾਮ ਆਮ ਨਹੀਂ, ਖਾਸ ਹੋ ਆਪ ਜੀ। ਤੇ ਅਦੇਹ ਆਪ ਜੀ ਦੀ ਦੇਹ ਕੋਈ ਨਹੀਂ, ਸੂਖਮ ਸਥੂਲ ਤੇ ਕਾਰਨ ਤਿੰਨਾਂ ਦੇਹਾਂ ਤੋਂ ਰਹਿਤ ਹੋ। ਅਗੇਹ ਫੜਨ ਤੋਂ ਰਹਿਤ ਹੋ, ਘਰ ਤੋਂ ਟਿਕਾਣੇ ਤੋਂ ਬਿਨਾ ਹੋ। ਤੇ ਅਗਾਹ ਤੁਹਾਨੂੰ ਗਾਹ ਕੋਈ ਨਹੀਂ ਸਕਦਾ। ਆ ਵਿਸ਼ੇਸ਼ ਕਰਕੇ ਸਾਰੇ ਸੰਸਾਰ ਨੂੰ ਗਾਉਣ ਵਾਲੇ ਹੋ, ਭਾਵ ਪੈਰਾਂ ਥੱਲੇ ਲਿਤਾੜਨ ਵਾਲੇ ਹੋ।
ਅਨੀਲ ਗਾ ਨਾਮ ਜਗ੍ਹਾ ਦਾ ਵੀ ਹੈ ਫਾਰਸੀ ਵਿੱਚ, ਤੁਹਾਡੀ ਕੋਈ ਖਾਸ ਜਗ੍ਹਾ ਨਹੀਂ ਹੈ। ਅਨੀਲ ਅਬਿਕਾਰ ਅਦੋਖ ਅਜੈ ਅਨ ਰਹਿਤ ਹੋ, ਈਲ ਨਾਮ ਇੱਛਾ ਦਾ ਹੈ, ਇੱਛਾ ਤੋਂ ਰਹਿਤ ਹੋ। ਅਗਿਆਨਤਾ ਦੀ ਨੀਲ ਜ਼ਹਿਰ ਤੋਂ ਅਬਿਨਾ ਹੋ, ਵਿਕਾਰਾਂ ਤੋਂ ਬਿਨਾ ਹੋ, ਦੁੱਖਾਂ ਤੋਂ ਬਿਨਾ ਹੋ। ਅਜੈ ਜਿੱਤਿਆ ਨਹੀਂ ਜਾ ਸਕਦਾ, ਤੁਹਾਨੂੰ ਕੋਈ ਜਿੱਤ ਨਹੀਂ ਸਕਦਾ। ਅਮੋਨ ਅਜੋਨ ਅਦਵੈ ਅਦਵੈਤ ਹਾਂ ਆਪ ਜੀ ਅਮੋਨੀ ਹੋ, ਚੁੱਪ ਤੋਂ ਬਿਨਾ ਹੋ, ਚੁੱਪ ਨਹੀਂ ਕੀਤੇ ਹੋਏ। ਗੁਰ ਸ਼ਬਦੀ ਗੋਬਿੰਦ ਗੱਜਿਆ, ਸ਼ਬਦਾਂ ਦੁਆਰਾ ਆਪ ਜੀ ਗੱਜਦੇ ਹੋ ਧੁਰ ਕੀ ਬਾਣੀ ਦੁਆਰਾ। ਤੇ ਅਜੋਨ ਜੂਨਾ ਤੋਂ ਰਹਿਤ ਹੋ, ਅਦਵੈ ਦੁਈ ਭਾਵ ਤੋਂ ਰਹਿਤ ਹੋ, ਭਾਵ ਇੱਕ ਹੋ। ਅਦਵੈਤ ਦਵੈਤ ਪੁਣੇ ਤੋਂ ਬਿਨਾ ਹੋ, ਇੱਕ ਹੋ ਆਪ ਜੀ। ਅਭੁਗਤ ਅਛੂਤ ਅਮੰਤਰ ਅਲੈ ਅਲੈ ਹਾਂ ਅਲੈ ਨਾਮ ਲੈ ਹੋਣ ਤੋਂ ਬਿਨਾ ਹੋ। ਤੁਹਾਡਾ ਕੋਈ ਖਾਸ ਮੰਤਰ ਨਹੀਂ ਜਿਹਦੇ ਨਾਲ ਤੁਸੀਂ ਸੰਸਾਰ ਦੇ ਲੋਕਾਂ ਤੇ ਪ੍ਰਸੰਨ ਹੋਵੋ। ਭਾਖਿਆ ਭਾਉ ਅਪਾਰ, ਪ੍ਰੇਮ ਦੀ ਬੋਲੀ ਨਾਲ ਭਾਵੇਂ ਤੁਹਾਨੂੰ ਕੋਈ ਗਾਲਾਂ ਹੀ ਕੱਢ ਦਵੇ, ਆਪ ਜੀ ਉਹਦੇ ਤੇ ਪ੍ਰਸੰਨ ਹੋ ਜਾਂਦੇ ਹੋ। ਛੂਤ ਛੂਹਣ ਤੋਂ ਰਹਿਤ ਹੋ, ਅਭੁਗਤ ਭੋਗਣੇ ਤੋਂ ਰਹਿਤ ਹੋ। ਤੁਹਾਨੂੰ ਕੋਈ ਭੋਗ ਨਹੀਂ ਸਕਦਾ। ਆ ਵਿਸ਼ੇਸ਼ ਕਰਕੇ ਸਾਰੇ ਸੰਸਾਰ ਨੂੰ ਤੁਸੀਂ ਭੋਗਦੇ ਪਏ ਹੋ। ਭੁਗਤ ਭੋਜਨ ਤੋਂ ਰਹਿਤ ਹੋ। ਇਹ ਨਹੀਂ ਵੀ ਤੁਸੀਂ ਮਾਸਾਹਾਰੀ ਭੋਜਨ ਖਾਂਦੇ ਹੋ, ਸ਼ਾਕਾਹਾਰੀ ਨਹੀਂ, ਕੋਈ ਵੀ ਭੋਜਨ ਨਹੀਂ ਖਾਂਦੇ। ਪ੍ਰੇਮ ਨਾਲ ਕੋਈ ਜਿਹੜਾ ਮਰਜ਼ੀ ਭੋਜਨ ਤੁਹਾਡੇ ਅੱਗੇ ਰੱਖ ਦਵੇ, ਆਪ ਜੀ ਛਕ ਲੈਂਦੇ ਹੋ। ਅਲਖ ਅਪਖ ਅਲੇਖ ਅਪੇਖ ਅਲਖ ਲਖਣੇ ਤੋਂ ਰਹਿਤ ਹੋ। ਆ ਵਿਸ਼ੇਸ਼ ਕਰਕੇ ਲੱਖਾਂ ਲੋਕਾਂ ਵਿੱਚ ਆਪ ਜੀ ਵਿਰਾਜਮਾਨ ਹੋ। ਲੱਖਾਂ ਰੁਪਈਏ ਵੀ ਤੁਹਾਡੇ ਨਹੀਂ ਹਨ ਤੁੱਲ। ਅਪਖ ਭਖਣ ਤੋਂ ਰਹਿਤ ਹੋ। ਇਸੇ ਤਰ੍ਹਾਂ ਅਬ ਅੱਖ, ਅਬ ਹਿਰਦੇ ਰੂਪੀ ਅੱਖ ਦੇ ਨਾਲ ਤੁਸੀਂ ਨਦਰੀ ਆਉਂਦੇ ਹੋ। ਇਸੇ ਤਰ੍ਹਾਂ ਅਲ ਅੱਖ ਤੇ ਅਲ ਮੈਨੇ ਭੌਰੇ ਵਾਂਗੂ ਜਿਹੜੇ ਤੁਹਾਡੇ ਪਿੱਛੇ ਤੁਰੇ ਫਿਰਦੇ ਨੇ, ਉਹਨਾਂ ਦੀਆਂ ਮਨ ਰੂਪੀ ਅੱਖਾਂ ਦੇ ਸਾਹਮਣੇ ਆਪ ਜੀ ਆ ਕੇ ਦਰਸ਼ਨ ਦਿੰਦੇ ਹੋ। ਇਸ ਤਰੀਕੇ ਨਾਲ ਵੀ ਅਰਥ ਸਮਝਣਾ। ਇਸੇ ਤਰ੍ਹਾਂ ਅਲੇਖ ਲੇਖੇ ਤੋਂ ਰਹਿਤ ਹੋ ਤੇ ਅਭੇਖ ਭੇਖਾਂ ਤੋਂ ਰਹਿਤ ਹੋ। ਅਦਾਹ ਅਗਾਹ ਅਭੁਗਤ ਅਬੈ ਅਦਾਹ ਸਾੜਨ ਤੋਂ ਰਹਿਤ ਹੋ, ਅਗਾਹ ਰੱਜੇ ਹੋਏ ਹੋ। ਤੇ ਇਸੇ ਤਰ੍ਹਾਂ ਅਭੁਗਤ ਭੋਜਨ ਤੋਂ ਰਹਿਤ ਹੋ। ਅਬ ਉਗਤ, ਅਬ ਨਾਮ ਹਿਰਦੇ ਦੇ ਨਾਲ ਤੇ ਉਗਤ, ਉਕਤ ਦੀ ਜਗ੍ਹਾ ਤੇ ਉਗਤ ਮੰਨ ਲੈਣਾ ਹੈ। ਉਕਤ ਮੈਨੇ ਤੁਹਾਡੀ ਉਗਤੀ ਯੁਗਤੀ ਜਿਹੜੀ ਹੈ ਨਾ, ਉਹ ਜਾਣੀ ਜਾ ਸਕਦੀ ਹੈ। ਜਿਹੜਾ ਹਿਰਦੇ ਦੇ ਨਾਲ ਤੁਹਾਨੂੰ ਧਿਆਉਂਦਾ ਹੈ, ਉਹ ਤੁਹਾਡੀ ਪ੍ਰੇਮ ਦੀ ਉਗਤ ਜੁਗਤ ਨੂੰ ਜਾਣ ਲੈਂਦਾ ਹੈ। ਤੇ ਅਬੈ ਉਮਰ ਤੋਂ ਰਹਿਤ ਹੋ। ਅਬਿਅਕਤ ਅਬ੍ਰਿਤ ਬੇਰਕਤ ਸਨਾਤਨ ਵਿਅਕਤੀਗਤ ਤੋਂ ਰਹਿਤ ਹੋ ਤੇ ਅਬ੍ਰਿਤ ਬਿਰਤੀ ਤੋਂ ਰਹਿਤ ਹੋ। ਨਾ ਚੰਗੀ ਤੇ ਨਾ ਮਾੜੀ, ਫੁਰਨਾ ਹੀ ਨਹੀਂ ਫੁਰਦਾ, ਤੋ ਫੁਰਨੇ ਤੋਂ ਰਹਿਤ ਹੋ ਆਪ ਜੀ। ਬ੍ਰਿਤ ਨਾਮ ਧਰਮ ਦਾ ਵੀ ਹੈ, ਕੋਈ ਧਰਮ ਨਹੀਂ ਹੈ, ਨਾ ਯੁੱਧ ਧਰਮ ਹੈ ਤੇ ਨਾ ਸ਼ਾਂਤ ਧਰਮ ਹੈ। ਧਰਮ ਤੋਂ ਵੀ ਰਹਿਤ ਹੋ। ਬਿਰਕਤ ਹੋ, ਰਕਤ ਮੈਨੇ ਖੂਨ ਦਾ ਹੈ। ਤੁਹਾਡੇ ਸਰੀਰ ਹੀ ਨਹੀਂ, ਸਰੀਰ ਵਿੱਚ ਖੂਨ ਕਿੱਥੋਂ ਚੱਲਣਾ ਹੈ, ਖੂਨ ਤੋਂ ਵੀ ਰਹਿਤ ਹੋ। ਤੇ ਇਸੇ ਤਰੀਕੇ ਨਾਲ ਆਪ ਜੀ ਬਰਕਤ ਹੋ। ਸੰਸਾਰ ਦੇ ਧਰਮ ਕਰਮ ਵਿੱਚ ਨਹੀਂ ਪੈਂਦੇ। ਸੰਸਾਰ ਤੋਂ ਪਾਸੇ ਜੇ ਹਟ ਕੇ, ਜਿਵੇਂ ਕੋਈ ਕੋਲਿਆਂ ਦੀ ਖਾਣ ਵਿੱਚੋਂ ਦੀ ਲੰਘ ਆਵੇ ਚਿੱਟੇ ਕੱਪੜੇ ਪਾ ਕੇ ਤੇ ਦਾਗ ਵੀ ਨਾ ਲੱਗਣ ਦਵੇ, ਉਹਨੂੰ ਬਰਕਤ ਕਹਿੰਦੇ ਨੇ। ਸੰਸਾਰ ਜਿਹੜਾ ਹੈ ਕੋਲਿਆਂ ਦੀ ਖਾਣ ਵਰਗਾ ਏ। ਤੇ ਆਪ ਜੀ ਉਜਲ ਨਿਰਮਲ ਸਰੂਪ ਧਾਰ ਕੇ ਸਰੀਰ ਵਿੱਚ ਸੰਸਾਰ ਵਿੱਚ ਵਿਚਰਦੇ ਹੋ ਤੇ ਆਪਣੇ ਪਿਸ਼ਾਕੇ ਨੂੰ ਕੋਈ ਦਾਗ ਨਹੀਂ ਲੱਗਣ ਦਿੰਦੇ, ਐਸੇ ਬਰਕਤ ਹੋ। ਤੇ ਇਸੇ ਤਰ੍ਹਾਂ ਸਨਾਤਨ ਆਪ ਜੀ ਪ੍ਰਾਤਨ ਸਨਾਤਨ ਹੋ, ਆਦਿ ਕਾਲ ਤੋਂ ਹੀ ਹੋ ਆਪ ਜੀ। ਸਤ ਸदैव ਆਕਾਸ ਅਟੈ ਆਪ ਜੀ ਸदैव ਸਦਾ ਹੀ ਸਤਿ ਸਰੂਪ ਹੋ। ਤੇ ਆਕਾਸ਼ਵਤ ਅਟੈ ਢਹਿਣ ਤੋਂ ਰਹਿਤ ਹੋ। ਜਿੱਦਾਂ ਆਕਾਸ਼ ਨੂੰ ਨਹੀਂ ਨਾ ਕੋਈ ਢਾ ਸਕਦਾ,
ਇਹਦਾ ਰੱਬਾ ਤੈਨੂੰ ਕੋਈ ਹਟਾ ਨਹੀਂ ਸਕਦਾ, ਢਹਿਣ ਤੋਂ ਰਹਿਤ ਹੋ ਆਪ ਜੀ। ਅਚਿੰਤ ਸੋ ਨਿਤਯ ਪਵਿੱਤਰ ਪੁਰਾਤਨ, ਚਿੰਤਾ ਤੋਂ ਰਹਿਤ ਹੋ ਸੋ ਉੱਤਮ ਨਿਤਯ ਹੋ ਆਪ ਜੀ। ਨਿਤਯ ਉਹਨੂੰ ਕਹਿੰਦੇ ਨੇ ਜਿਹੜਾ ਤਿੰਨਾਂ ਕਾਲਾਂ ਵਿੱਚ ਗਰਕ ਨਾ ਹੋਵੇ। ਆਪ ਜੀ ਪਵਿੱਤਰ ਹੋ ਤੇ ਪੁਰਾਣੇ ਹੋ। ਨਿਤਯ ਸੁਤਹਿ ਸਿੱਧ ਸਾਧ ਆਪੈ, ਆਪ ਜੀ ਨਿਤਯ ਹੋ ਤੇ ਆਪ ਜੀ ਸੁਤੇ ਸਿੱਧ ਪ੍ਰਗਟ ਹੋਏ ਹੋ ਤੇ ਆਪ ਜੀ ਸਾਧ ਹੋ। ਕਿਉਂਕਿ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਵੀ ਸਾਧ ਹੈ। ਉਹ ਸਾਰੀ ਦੁਨੀਆ ਨੂੰ ਸਾਧਦਾ ਹੈ, ਸਿੱਧਿਆਂ ਕਰਦਾ ਹੈ। ਜਿਹੜਾ ਰਤਕ ਫਨ ਚੁੱਕਦਾ ਨਾ ਉਹਦੀ ਫਨ ਠਾਹ ਨੂੰ ਕਰਦਾ ਹੈ। ਇਸ ਲਈ ਪਰਮੇਸ਼ਰ ਦਾ ਨਾਮ ਵੀ ਸਾਧ ਲਿਖਿਆ ਕਲਗੀਧਰ ਜੀ ਨੇ। ਅਭੈ ਭੈ ਤੋਂ ਰਹਿਤ ਹੈ, ਕਿਸੇ ਦਾ ਡਰ ਡੁੱਕਰ ਨਹੀਂ ਹੈ ਵਾਹਿਗੁਰੂ ਦੇ ਤਾਈਂ। ਸੰਤ ਸੁਹਿਰਦ ਤੇਨ ਸਰੁਤ ਰਸ਼ਕ, ਹਾਂ ਸੰਤਾਂ ਦੇ ਸੁਹਿਰਦ ਪਿਆਰੇ ਹੋ ਤੇ ਧੇਨ ਗਊਆਂ ਦੇ ਤੇ ਸਰੁਤ ਬੇਦਾਂ ਦੇ ਰક્ષਕ ਹੋ। ਜਿਉਂ-ਜਿਉਂ ਗਊਆਂ ਤੇ ਬੇਦਾਂ ਤੇ ਅਤਿਆਚਾਰ ਹੋਇਆ ਹੈ ਆਪ ਨੇ ਰਕਸ਼ਾ ਕੀਤੀ ਹੈ। ਸਿੱਧ ਪ੍ਰਸਿੱਧ ਅਤ ਬ੍ਰਿਧ ਅਬੈ, ਆਪ ਜੀ ਸਿੱਧਾਂ ਵਿੱਚ ਪ੍ਰਸਿੱਧ ਹੋ। 84 ਸਿੱਧ ਵੀ ਤੁਹਾਡਾ ਹੀ ਧਿਆਨ ਧਰਦੇ ਪਏ ਨੇ। ਤੇ ਅਤ ਬ੍ਰਿਧ ਬਹੁਤੇ ਵੱਡੇ ਬਜ਼ੁਰਗ ਹੋ, ਭਾਵ ਦੁਨੀਆ ਵਿੱਚ ਆਪ ਦੇ ਬਰਾਬਰ ਬਜ਼ੁਰਗ ਕੋਈ ਨਹੀਂ। ਜਿਹਦੀ ਵੱਡੀ ਉਮਰ ਹੋ ਜਵੇ ਨਾ, ਭਾਵੇਂ ਤਕੜਾ ਹੀ ਹੋਵੇ, ਲੋਕ ਉਹਨੂੰ ਬੁੱਢਾ ਆਖਣ ਲੱਗ ਪੈਂਦੇ ਨੇ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਆਯੂ ਬਰਾਬਰ ਕੋਈ ਨਹੀਂ ਹੈ ਸੰਸਾਰ ਤੇ। ਇਸ ਲਈ ਮਹਾਰਾਜ ਨੇ ਅਤ ਬ੍ਰਿਧ ਲਿਖਿਆ ਹੈ। ਬ੍ਰਿਧ ਨਾਮ ਬਜ਼ੁਰਗ ਦਾ ਵੀ ਹੈ, ਬ੍ਰਿਧ ਨਾਮ ਵੱਡੇ ਦਾ ਵੀ ਹੈ। ਆਪ ਜੀ ਬਹੁਤੇ ਵੱਡੇ, ਆ ਵਿਸ਼ੇਸ਼ ਕਰਕੇ ਦੁਨੀਆ ਦੀ ਬੈ ਕਢਾਉਣ ਵਾਲੇ ਹੋ। ਬ੍ਰਿੰਦ ਸੁਸ਼ਾਂਦ ਸੁਰਿੰਦਰ ਸੁਰਾਸੁਰ, ਹਾਂ ਸੁਸ਼ਾਂਤ ਸੁਤੰਤਰ ਹੋ ਬ੍ਰਿੰਦ ਬਹੁਤਿਆਂ ਦੇ ਵਿੱਚ। ਜਿਹੜਾ ਬਹੁਤੀ ਲੁਕਾਈ ਹੈ ਉਹ ਕੋਈ ਸੁਤੰਤਰ ਨਹੀਂ ਹੈ। ਛੋਟੇ ਤੋਂ ਲੈ ਕੇ ਵੱਡੇ ਤੱਕ ਵੇਖ ਲਓ, ਸਾਰੇ ਪਤੰਤਰ ਹੀ ਨੇ। ਜੇ ਆਖੀਏ ਲੀਡਰ ਸੁਤੰਤਰ ਨੇ, ਉਹ ਵੀ ਲੋਕਾਂ ਦੇ ਅਧੀਨ ਨੇ। 5 ਸਾਲਾਂ ਬਾਅਦ ਵੋਟ ਪਾਉਣਗੇ ਤੇ ਲੀਡਰ ਬਣਨਗੇ ਨਾ। ਸਾਰੇ ਗੁਰੂ ਖਾਲਸਾ ਜੀ ਉਹਦੀ ਅਧੀਨ ਹੀ ਨੇ। ਬਾਣੀ 'ਚ ਲਿਖਿਆ ਵੱਡਾ ਨਾ ਹੋਵੇ ਘਾਟ ਨਾ ਜਾਏ। ਲੋਕਾਂ ਦੀ ਜੈ ਜੈਕਾਰ ਕਰਨ ਨਾਲ ਵਾਹਿਗੁਰੂ ਫੁੱਲਦਾ ਨਹੀਂ ਹੈ। ਗਾਲਾਂ ਕੱਢਣ ਦੇ ਨਾਲ ਸੜ ਕੇ ਕੋਲਾ ਨਹੀਂ ਹੁੰਦਾ। ਇਸ ਵਾਸਤੇ ਵਾਹਿਗੁਰੂ ਬਹੁਤਿਆਂ ਦੇ ਨਾਲੋਂ ਸੁਤੰਤਰ ਹੈ। ਸੰਸਾਰ ਵਿੱਚ ਜਿਹੜੇ ਬਹੁਤੇ ਲੋਕ ਨੇ, ਇਹਨਾਂ ਵਿੱਚੋਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੁਤੰਤਰ ਪਦਵੀ ਨੂੰ ਪ੍ਰਾਪਤ ਹੈ। ਨਗੇਂਦਰ ਮੁਨਿੰਦਰ ਤੇ ਚਰਾਚ, ਸੁਰਿੰਦਰ ਇੰਦਰ ਆਦਿਕ ਤੇ ਸੁਰ ਦੇਵਤੇ ਤੇ ਅਸੁਰ ਦੈਂਤ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨੂੰ ਧਿਆਉਂਦੇ ਪਏ ਨੇ। ਨਗੇਂਦਰ ਮੁਨਿੰਦਰ ਚਰਾਚਰ ਧਿਆਵਤ, ਨਗਿੰਦਰ ਸਮੇਰ ਪਰਬਤ ਤੇ ਮੁਨਿੰਦਰ ਮੁਨੀਆਂ ਦੇ ਵੱਡੇ ਮੁਨੀ, ਉਹ ਵੀ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਧਿਆਉਂਦੇ ਨੇ, ਜੜ ਚੇਤਨ ਵੀ ਧਿਆਉਂਦੇ ਨੇ। ਜਸ਼ ਭੁਜੰਗ ਬਰੰਗ ਪਤੰਗਮ, ਜਛ ਭੁਜੰਗ ਸੱਪ ਬਰੰਗ ਸੋਹਣੇ ਅੰਗਾਂ ਵਾਲੀਆਂ ਔਰਤਾਂ, ਪਤੰਗਮ ਕੀੜੇ। ਕੀਟੋ ਫਨਿੰਦਰ, ਪਤੰਗਮ ਗੁਰੂ ਖਾਲਸਾ ਜੀ ਪਤੰਗਿਆਂ ਨੂੰ ਕਹਿੰਦੇ ਨੇ ਜਿਹੜੇ ਸ਼ਮਾ ਦੇ ਦੁਆਲੇ ਦੁਆਲੇ ਜਾ ਕੇ ਪਾਉਂਦੇ ਨੇ। ਕੀਟ ਫਨਿੰਦਰ ਧਰਾਤਰ ਗਾਵਤ, ਕੀਟ ਕੀੜੇ ਤੇ ਫਨਿੰਦਰ ਨਾਮ ਸ਼ੇਸ਼ਨਾਗ ਦਾ ਏ। ਤੇ ਧਰ ਤੇ ਅਧਰ, ਧਰ ਧਰਤੀ ਤੇ ਅਧਰ ਅਸਮਾਨ ਵਿੱਚ ਰਹਿਣ ਵਾਲੇ ਸਾਰੇ ਤੈਨੂੰ ਗਾਉਂਦੇ ਪਏ ਹਨ। ਇਦਾਂ ਵੀ ਸਮਝਣਾ ਹੈ। ਤੇ ਧਰਾ ਧਰ ਪਹਾੜਾਂ ਦਾ ਨਾਮ ਵੀ ਹੈ। ਪਹਾੜਾਂ ਤੇ ਰਹਿਣ ਵਾਲੇ ਪਹਾੜੀਏ ਲੋਕ ਵੀ ਮੂਰਤੀਆਂ ਬਣਾ ਕੇ ਤੈਨੂੰ ਧਿਆਉਂਦੇ ਪਏ ਨੇ। ਸੇਸ ਸੁਰੇਸ਼ ਮਹੇਸ਼ ਗਣੇਸ਼, ਸ਼ੇਸ਼ਨਾਗ ਸੁਰ ਏਸ ਇੰਦਰ ਦਾ ਨਾਮ ਹੈ। ਮਹ ਏਸ਼, ਮਹ ਨਾਮ ਮੱਝਾਂ ਦਾ ਹੈ, ਮੱਝਾਂ ਝੋਟਿਆਂ ਦਾ। ਝੋਟਿਆਂ ਦਾ ਮਾਲਕ ਕੌਣ ਹੈ? ਧਰਮ ਰਾਜੇ ਦਾ ਅਰਥ ਵੀ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਮਹ ਨਾਮ ਧਰਤੀ ਦਾ ਤੇ ਏਸ਼ ਮੈਨੇ ਮਾਲਕ। ਧਰਤੀ ਦਾ ਮਾਲਕ ਸ਼ਿਵ ਜੀ, ਉਹਦਾ ਅਰਥ ਵੀ ਕਰ ਦਿੰਦੇ ਨੇ। ਇਸੇ ਤਰ੍ਹਾਂ ਗਣਾਂ ਦਾ ਈਸ਼ਵਰ, ਜਿਹੜੇ ਗਣ ਨੇ ਉਹਨਾਂ ਦਾ ਮਾਲਕ ਕੌਣ ਹੈ? ਗਣੇਸ਼, ਜਿਹਨੂੰ ਗੁਰੂ ਖਾਲਸਾ ਜੀ ਸ਼ਿਵ ਸੁੱਤ ਵੀ ਕਹਿ ਦਿੰਦੇ ਨੇ। ਉਹ ਵੀ ਆਪ ਜੀ ਨੂੰ ਧਿਆਉਂਦਾ ਪਿਆ ਹੈ। ਜਲੇਸ਼ ਮੁਨੇਸ਼ ਧਨੇਸ਼ ਸਰਾਹਤ, ਹਾਂ ਜਲਾਂ ਦਾ ਈਸ਼ਵਰ ਤੇ ਮੁਨੀਆਂ ਦਾ ਈਸ਼ਵਰ ਤੇ ਧਨ ਦਾ ਈਸ਼ਵਰ ਕੁਬੇਰ ਆਦਿਕ ਵੀ ਤੈਨੂੰ ਸਲਾਉਂਦੇ ਪਏ ਨੇ।
ਲੋਕ ਆਲੋਕ ਸਲੋਕ ਅਨੇਕਨ। ਹਾਂ, ਲੋਕ ਤੇ ਅਲੋਕ ਮੈਨੇ ਪਰਲੋਕ, ਸਲੋਕ ਮੈਨੇ ਸ੍ਰੇਸ਼ਟ ਲੋਕ, ਤੇ ਸਨੇਕਨ ਕਹੀਏ ਅਨੇਕਾਂ ਦੇ ਸਹਿਤ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇਰੇ ਗੁਣ ਗਾਉਂਦੇ ਪਏ ਨੇ। ਪਹਿਲਾਂ ਲੋਕ, ਫਿਰ ਪਰਲੋਕ। ਪਰਲੋਕ ਵਿੱਚ ਅੱਗੇ ਸਵਰਗ ਵੀ ਆ ਜਾਂਦੇ, ਅੱਗੇ ਨਰਕ ਵੀ ਆ ਜਾਂਦੀ ਹੈ। ਇਸ ਲਈ ਪਹਿਲਾਂ ਲੋਕ, ਫਿਰ ਪਰਲੋਕ, ਤੇ ਸਲੋਕ ਮੈਨੇ ਸਵਰਗ ਆਦਿਕ ਅਨੇਕਾਂ ਦੇ ਸਮੇਤ, ਕਿਉਂਕਿ ਤਿੰਨਾਂ ਲੋਕਾਂ ਵਿੱਚ ਅਨੇਕਾਂ ਹੀ ਵਸਦੇ ਨੇ। ਅਨੇਕਾਂ ਦੇ ਸਮੇਤ ਤੇਰੇ ਗੁਣਾਂ ਨੂੰ ਵਾਹਿਗੁਰੂ ਸਾਰੇ ਗਾਉਂਦੇ ਪਏ ਨੇ। ਸਨਤ ਸਨਾਤਨ ਅੰਤ ਨਾ ਪਾਵਤ। ਹਾਂ, ਸਨਤ ਸਨਾਤਨ ਆਦਿਕ ਜੋ ਬ੍ਰਹਮੇ ਦੇ ਪੁੱਤਰ ਨੇ, ਸਨਕ ਸਨੰਦਨ ਆਦਿਕ, ਉਹ ਵੀ ਤੇਰੇ ਅੰਤ ਨੂੰ ਨਹੀਂ ਪਾਉਂਦੇ ਪਏ। ਸੇਸ ਸੁਰੇਸ਼ ਮਹੇਸ਼ ਗਣੇਸ਼, ਜਲੇਸ਼ ਮਨੇਸ਼ ਤਨੇਸ਼ ਰਾਹਤ। ਲੋਕ ਅਲੋਕ ਸਲੋਕ ਸਨੇਕਨ, ਸਨਤ ਸਨਾਤਨ ਅੰਤ ਨ ਪਾਵਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।